चढ़ जाए अंध लभै बदरो सुनै जो काल कृपा कराए। सतनाम श्री वाहिगुरु साहिब जी। धनासरी महला पंजवा। औखी घड़ी ना देखण दे अपना बिरद संभाले। औखी घड़ी ना देखण देई अपना बिरद संभाले। हाथ दे राखै अपने को सास सास प्रतिपाले। प्रभ स्यों लाग रहे हो मेरा जीत आदि अंत प्रभ सदा सहाई। धन हमारा मीत रहाओ मान बिलास भये साहिब के अचरज देख बढ़ाई। हर सिमर सिमर आनंद कर नानक प्रभ पूरन पैज रखाई। हर सिमर सिमर आनंद कर नानक प्रभ पूरन पैज रखाई। वाहिगुरु जी का खालसा वाहिगुरु जी की फतेह। धन धन साहिब श्री गुरु नानक देव जी महाराज। धन धन साहिब श्री गुरु गोबिंद सिंह साहिब जी महाराज। धन धन साहिब श्री गुरु ग्रंथ साहिब महाराज जी। महान कृपा बख्शिश कृपालता का सदका आप नगर निवासी समूह साध संगत सतगुरु जी की कृपा का सदका ये परम पवित्र स्थान गुरुद्वारा गुरु का बाग साहिब, जिस स्थान से धन धन बेबे नानकी जी भाई जयराम जी उन्होंने यह घर है। उन्होंने प्यार की खिच नाले सतगुरु महाराज जी इस नगर इस स्थान से चलन पाए, क्योंकि पहला स्थान गुरुद्वारा गुरु का बाग है, जिथे महाराज के सत्कारयोग माता पिता और नाने नानिया मामे मामिया और भी जिन्हें दुनियावी रिश्तेदार सस सौरा तकरीबन सारिया के चरण पे। और दूसरा स्थान है हट साहब, पहला नाम बोधी फन्ना है, तीसरा बेर साहब, चौथा जिहड़ा स्थान है वो अंतरजामता ते पंजवां है कोटड़ी साहब नंबर 1 ते फिर संत घाट है। पंजवें छेवें जी का स्थान शेरा शहर है, क्योंकि अंतरजामता तो बाद बेर साहब तो स्नान के बहाने गए संत घाट तो है अंतरजामता। उत्थे दसिया भी नाम की हाजरी की इबादत करवानी होती। गां सेवा लई दसिया भी सरकार का हुक्म जो हुण करांगे।
ਇਹ ਹੋਇਆ ਹਿਸਾਬ ਕਿਤਾਬ ਪੋਖਰੀ ਸਾਹਿਬ। ਇਹ 6 ਸਥਾਨ ਤੇ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ। ਸੇਰਾ ਸਾਹਿਬ 5ਵੇਂ ਔਰ 6ਵੇਂ ਪਾਤਸ਼ਾਹ ਉਹਨਾਂ ਨਾਲ ਸੰਬੰਧਿਤ ਹੈ। ਬਾਕੀ 22 ਮੰਜੀਆਂ ਤੋਂ ਮੰਜੀ ਜਿਹੜੀ ਹੈ ਬਾਬਾ ਮਹੇਸ਼ਰ ਉਹਨਾਂ ਦਾ ਵੀ ਸਥਾਨ ਹੈਗਾ। ਤੋ ਅੱਜ ਜਿਹੜਾ ਸਮਾਗਮ ਹੈ ਉਹ ਹੈ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਦੇ ਅਵਤਾਰ ਦਾ ਪੁਰਬ। ਤੋ 1552 ਵਿਕਰਮੀ ਸੰਮਤ ਸੀ, ਕਿਉਂਕਿ ਬੇਬੇ ਜੀ ਭਾਈਆ ਜੀ ਉਹਨਾਂ ਦੇ ਆਪਣੇ ਔਲਾਦ ਨਹੀਂ ਸੀ। ਤੇ ਜਦੋਂ ਮਹਾਰਾਜ ਦੀ ਸੱਸ ਮਾਤਾ ਚੰਦੋ ਰਾਣੀ ਆਈ, ਕੁਝ ਬਚਨ ਵਿਲਾਸ ਮਾਤਾ ਸੁਰੱਖਣੀ ਦੁਆਰਾ ਉਹਨਾਂ ਨਾਲ ਆਪਣੀ ਮਾਤਾ ਨਾ ਹੋਏ। ਬੇਬੇ ਜੀ ਵਿੱਚ ਭਾਈਆ ਜੀ ਵਿਚੋਲੇ ਵੀ ਸੀ। ਫਿਰ ਕਈ ਗੱਲਾਂ ਸ਼ਿਕਾਇਤਾਂ ਵਿਚੋਲੇ ਨਾਲ ਹੀ ਹੁੰਦੀਆਂ। ਬੇਬੇ ਜੀ ਦੇ ਨਾਲ ਮਾਤਾ ਚੰਦੋ ਰਾਣੀ ਦੇ ਬਚਨ ਹੋਏ। ਉਹਨਾਂ ਦਾ ਸੁਭਾਅ ਥੋੜਾ ਤੇਜ਼ ਤਰਾਰ ਵੀ ਸੀ। ਬੇਬੇ ਜੀ ਦਾ ਸੁਭਾਅ ਬਹੁਤ ਠੰਡਾ ਸੀ। ਉਹਨੇ ਮਾਸੀ ਜੀ ਕਹਿ ਕੇ ਬੜੇ ਪ੍ਰੇਮ ਨਾਲ ਉਹਨਾਂ ਨੂੰ ਸ਼ਾਂਤ ਕਰਨਾ। ਫਿਰ ਸਾਰੇ ਜਿਹੜੇ ਉਹਨਾਂ ਦੇ ਪ੍ਰਸ਼ਨ ਸੀ ਉੱਤਰ ਦੇ ਕੇ ਸੰਤੁਸ਼ਟ ਕਰਨਾ, ਔਰ ਸੰਤੁਸ਼ਟ ਹੋ ਕੇ ਜਾਂਦੇ ਸੀ। ਤੇ ਜਦੋਂ ਆਪ ਜੀ ਦਾ ਅਵਤਰਨ ਹੋਇਆ, ਆਪ ਜੀ ਦੇ ਕੁਦਰਤੀ ਜੜਾਵਾਂ ਸੀ, ਬਾਂਬਰੀਆਂ ਸੀ ਤੇ ਸੁਨਹਿਰੀ ਰੰਗ ਦੀਆਂ। ਇੱਕ ਕੰਨ ਵਿੱਚ ਕੁਦਰਤੀ ਮੁੰਦਰਾ ਸੀ। ਅੱਜ ਵੀ ਜਿਹੜੇ ਉਦਾਸੀ ਹੈ ਭਾਵੇਂ ਸੁੱਖ ਜਾਨ ਪੈ ਗਈ ਹੈ, ਪੁਰਾਣੇ ਜਿਹੜੇ ਉਹ ਪਰੰਪਰਾ ਨਾਲ ਮੁੰਦਰਾ ਪਾਉਂਦੇ ਉਦਾਸੀ ਸਾਧੂ। ਇਹ 53 ਵਿੱਚ ਬਾਬਾ ਲక్ష్ਮੀ ਦਾਸ ਜੀ ਦਾ ਉਹਨਾਂ ਦਾ ਜਨਮ ਇੱਥੇ ਹੋਇਆ। ਤੋ ਬਾਬਾ ਸ਼੍ਰੀ ਚੰਦ ਜਿਹੜੇ ਹੈ ਉਹ ਬੇਬੇ ਨਾਨਕੀ ਦੀ ਝੋਲੀ ਪਾ ਦਿੱਤੇ ਸੀ। ਉਹਨਾਂ ਨੇ ਉਹਨਾਂ ਨੂੰ ਵਿਦਿਆ ਪੜ੍ਹਾਈ ਹੈ, ਜਾਂ ਹੋਰ ਵਿਦਿਆ ਪੜ੍ਹਨ ਵਾਸਤੇ ਉਹ ਹੋਰ ਮਹਾਂਪੁਰਖਾਂ ਕੋਲ ਵੀ ਗਏ ਹੈ। ਬਾਕੀ ਸ੍ਰੀ ਗੁਰੂ ਜੀ ਦੀ ਕਿਰਪਾ ਨਾਲ ਉਹਨਾਂ ਨੂੰ ਜਮਾਦਰੂ ਗਿਆਨ ਕੀਤਾ, ਔਰ ਇਹ ਜਨਮ ਸਥਾਨ ਦੋਵੇਂ ਹੀ ਸਾਹਿਬਜ਼ਾਦਿਆਂ ਦਾ ਹੈ। ਬਾਬਾ ਲక్ష్ਮੀ ਦਾਸ ਜੀ ਦਾ ਵੀ, ਬਾਬਾ ਸ਼੍ਰੀ ਚੰਦ ਜੀ ਦਾ ਵੀ। ਤੋਂ ਪਹਿਲਾਂ ਜਿਹੜੇ ਸਥਾਨ ਸੀਗੇ ਉਹਨਾਂ ਦੇ ਵੀ ਦਰਸ਼ਨ ਕੀਤੇ ਆ। ਕਾਫੀ ਮੀਨਾਕਾਰੀ ਵਗੈਰਾ ਕੀਤੀ ਸੀ। ਜਿੱਥੇ ਆ ਲੰਗਰ ਤੁਸੀਂ ਵਰਤਾਉਂਦੇ ਆ, ਜਿੱਥੇ ਸਥਾਨ ਸੀ ਉਹਦੇ ਤਕਰੀਬਨ ਸਾਰੀ ਜਨਮ ਸਾਖੀ ਪ੍ਰਿੰਟ ਸੀ। ਭਾਈ ਬਾਲੇ ਵਾਲੀ ਫੋਟੋਆਂ ਸੀਆਂ, ਨਾਲ ਥੋੜ੍ਹਾ ਥੋੜ੍ਹਾ ਇਤਿਹਾਸ ਲਿਖਿਆ ਹੁੰਦਾ ਸੀ। ਆਹ ਜਗ੍ਹਾ ਜਿਹੜੀ ਉਹਨਾਂ ਦਾ ਅਵਤਾਰ ਸਥਾਨ ਸੀ। ਤੇ ਸ਼ਹਿਰ ਦੀਆਂ ਜਿਹੜੀਆਂ ਮਾਈਆਂ ਇੱਥੇ ਉਹ ਕੀਰਤਨ ਕਰਦੀਆਂ ਹੁੰਦੀਆਂ ਸੀ। ਵਿਤਕਰੇ ਤੋਂ ਰਹਿਤ, ਕੋਈ ਭੇਦਭਾਵ ਨਹੀਂ ਕਿ ਸਿੱਖ ਹੈ ਜਾਂ ਸਨਾਤਨੀ ਹੈ। ਉਹ ਸਾਰੀਆਂ ਆ ਕੇ ਸੇਵਾ ਕਰਦੀਆਂ ਸੀ ਤੇ ਚਰਨ ਪਾਦੁਕਾ ਹੁੰਦੀਆਂ ਸੀ। ਉਹਨਾਂ ਨਿਸ਼ਾਨ ਸਾਹਿਬ ਵੀ ਕਈ ਜਗ੍ਹਾ ਕਦੀ ਉੱਧਰ ਲਾ ਲੈਂਦੇ, ਕਦੀ ਉੱਧਰ ਲਾ ਲੈਂਦੇ, ਕਈ ਜਗ੍ਹਾ ਬਦਲ ਚੁੱਕੇ। ਇਹ ਜਗ੍ਹਾ ਵੀ ਆਪਣੇ ਢੰਗ ਨੇ ਆਪਾਂ ਕਰੀ ਕਰਾਈ ਜਾਂਦੇ। ਉਹ ਮਾਈਆਂ ਦੀ ਇੰਨੀ ਸ਼ਰਧਾ ਸੀ, ਜਦੋਂ ਪਹਿਲਾ ਸਥਾਨ ਉਹ
मतलब बदलिया, ਉਹਦਾ ਗੁਰਦੁਆਰੇ ਉਹਨੂੰ ਹਟ ਗਏ। ਸਾਡੇ ਬਾਬਿਆਂ ਦਾ ਸਥਾਨ ਢਾਹ, ਬਸ ਉਹਦੇ ਤੇ ਇੰਨੀ ਸ਼ਰਧਾ ਸੀ ਪੁਰਾਣੀਆਂ ਮਾਈਆਂ ਦੀ। ਕਈ ਵਾਰੀ ਉਹਨਾਂ ਨੂੰ ਸਮਝਾਉਂਦੇ ਵੀ ਰਹੇ ਹਾਂ, ਬਸ ਉਹ ਜਿਵੇਂ ਉਹਨਾਂ ਦਾ ਦਿਲ ਟੁੱਟ ਜਾਂਦਾ ਤੇ ਉਹ ਮਤਲਬ ਪੁਰਾਤਨ ਚੀਜ਼ ਦੇ ਨਾਲ ਉਹਨਾਂ ਦਾ ਕਾਫੀ ਮਨ ਜਿਹੜਾ ਸੀ ਜੁੜਿਆ ਹੋਇਆ ਸੀ। ਖੈਰ ਸਮੇਂ ਦੇ ਨਾਲ ਤਬਦੀਲੀਆਂ ਹੋਣਾ 2-3 ਵਾਰੀ ਸਾਡੇ ਦੇਖਦੇ ਹੋ ਗਈਆਂ। ਪਹਿਲਾਂ ਸੰਤ ਕਰਤਾਰ ਸਿੰਘ ਨੇ ਕੀਤਾ, ਫਿਰ ਉਹਨਾਂ ਸੰਤ ਸਵੇਗ ਸੁਣਾ ਨੇ। ਇਹ 2-3 ਤਬਦੀਲੀਆਂ ਦਾ ਮਤਲਬ ਸਾਡੇ ਦੇਖਦੇ ਹੋ ਗਈਆਂ। ਹਟ ਸਾਹਿਬ ਦੀ ਵੀ, ਇਹਦੀ ਵੀ, ਤੇਰਾ ਸਾਹਿਬ ਦੀ ਵੀ, ਤੇ ਇਸ ਤਰ੍ਹਾਂ ਕੋਹੜੀ ਸਾਹਿਬ ਦੀ ਇਸ ਤਰ੍ਹਾਂ ਹੈ। ਪਰ ਇਹ ਆ ਕਿ ਕੁਝ ਪੁਰਾਣੀਆਂ ਚੀਜ਼ਾਂ ਜਿਹੜੀਆਂ ਜਿਨ੍ਹਾਂ ਇਤਿਹਾਸ ਸੰਬੰਧਿਤ ਆ ਉਹ ਜ਼ਰੂਰ ਰੱਖਣੀਆਂ ਚਾਹੀਦੀਆਂ। ਉਹਦੇ ਨਾਲ ਫਿਰ ਦੇਖ ਕੇ ਉਹ ਸਾਰੀ ਚੀਜ਼ ਜਿਹੜੀ ਹੈ ਇਤਿਹਾਸ ਰੂਬਰੂ ਸਾਹਮਣੇ ਆ ਜਾਂਦਾ। ਜਿਵੇਂ ਬੇਰ ਸਾਹਿਬ ਜਾਈਏ, ਉੱਥੇ ਪੁਰਾਣੀ ਚੀਜ਼ ਤਾਂ ਬੇਰ ਸਾਹਿਬ ਹੈ ਜਾਂ ਮਹਾਰਾਜ ਦਾ ਆਸਣ ਹੈ। ਹੁਣ ਬੇਰੀ ਸਾਹਿਬ ਦੇ ਨਾਂ ਤੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਹੈ। ਉਹ ਮਤਲਬ ਬੇਰੀਆਂ ਤਾਂ ਬਹੁਤ ਹੈ, ਉਹਦੇ ਨਾਲ ਇੱਕ ਇਤਿਹਾਸ ਜੁੜਿਆ ਤੇ ਮਹਾਰਾਜ ਨੂੰ ਦਰਸ਼ਨ ਕਰਕੇ ਲਾਈ ਤੇ ਲੋਕਾਂ ਦੀ ਸ਼ਰਧਾ ਵੀ ਬਹੁਤ ਹੈ। ਗੁਰਦੁਆਰੇ ਦਾ ਨਾਂ ਅਕਾਲ ਤਖਤ ਦੇ ਮੂਹਰੇ ਪਹਿਲਾਂ ਇਮਲੀ ਦਾ ਦਰਖਤ ਹੁੰਦਾ ਸੀ, ਪਰ ਜਦੋਂ ਅਟੈਕ ਹੋਇਆ ਤੇ ਉਹ ਬ੍ਰਿਕਸ਼ ਜਿਹੜਾ ਸੀ ਉਹ ਮਿਸਮਾਰ ਹੋ ਗਿਆ। ਉਹ ਇਤਿਹਾਸਕ ਕਰਕੇ ਹੁਣ ਦੁਬਾਰਾ ਉੱਥੇ ਇਮਲੀ ਦਾ ਦਰਖਤ ਫੇਲ ਆ। ਇਹ ਸੁੱਖਾ ਸਿੰਘ ਬੇਰੀ ਹੈ, ਬਾਬੇ ਬੁੱਢੇ ਦੀ ਹੈ, ਪੰਜਵੀਂ ਹੈ, ਮਤਲਬ ਨਾਲ ਇਤਿਹਾਸ ਜੁੜੇ ਹੋਏ। ਗੱਲ ਬ੍ਰਿਕਸ਼ ਦੀ ਨਹੀਂ, ਗੱਲ ਨਾਲ ਇਤਿਹਾਸ ਦੀ। ਇਸ ਤਰ੍ਹਾਂ ਸਥਾਨਾਂ ਦਾ ਹੁੰਦਾ ਇੱਥੇ। ਕੋਈ ਇਸ ਸਥਾਨ ਤੇ ਮਤਲਬ ਬਾਬਾ ਸ਼੍ਰੀ ਚੰਦ ਲక్ష్ਮੀ ਦਾਸ ਜੀ ਦਾ ਅਵਤਾਰ ਹੋਇਆ। ਉਹ ਸ਼ਹਿਰ ਹੁਣ ਉਹ ਸਿੰਘ ਤੇ ਗੁਜ਼ਰ ਗਿਆ। ਉਹ ਕਹਿੰਦਾ ਵੀ ਲక్ష్ਮੀ ਦਾਸ ਜੀ ਦਾ ਵੀ ਨਾਲ ਮਨਾਉਣਾ ਚਾਹੀਦਾ ਤੇ ਮਨਾਉਂਦੇ ਰਹੇ। ਉਹ ਵਿੱਚ ਫਿਰ ਹਿਲਮਟ ਪੈ ਗਈ। ਉਹ ਨਾਰਾਜ਼ ਹੋ ਗਿਆ ਵੀ ਤੁਸੀਂ ਉਹਦਾ ਮਨਾਉਂਦੇ ਨਹੀਂ। ਹੈ ਤਾਂ ਗੱਲ ਸਹੀ ਹੈ। ਤੇ ਮਹਾਰਾਜ ਦੇ ਸਾਹਿਬਜ਼ਾਦੇ ਇੱਕ ਬਾਲ ਬ੍ਰਹਮਚਾਰੀ ਹੈ, ਇੱਕ ਗ੍ਰੇਸੀ ਹੈ। ਹੈਗੇ ਦੋਨੋਂ ਬੜੇ ਕਰਾਮਾਤੀ ਹੈ। ਕਰਾਮਾਤ ਕੋਈ ਦੁਖੀ ਛਿਪੀ ਨਹੀਂ, ਕਿਉਂਕਿ ਇੱਕ ਹੈਗੇ ਨਾਦੀ ਵੰਸ਼ ਸ਼ਬਦ, ਇੱਕ ਬਿੰਦੀ ਹੈ। ਬਾਬਾ ਲక్ష్ਮੀ ਦਾਸ ਸਾਰੀਆਂ ਦੋਏ ਵੰਸ਼ਾਂ ਚੱਲਦੀਆਂ, ਨਾਦੀ ਵੀ ਚੱਲਦੀ ਹੈ, ਬਿੰਦੀ ਵੀ ਚੱਲਦੀ ਹੈ। ਸੋ ਇੱਥੇ ਫਿਰ ਬੇਬੇ ਜੀ ਨੇ ਉਹਨਾਂ ਦਾ ਸਾਰਾ ਲਾਲਣ ਪਾਲਣ ਜੋ ਵੀ ਸੀ ਕੀਤਾ ਕਰਾਇਆ। ਬਚਪਨ ਵੀ ਇੱਥੇ ਗੁਜ਼ਰਿਆ ਤੇ ਕੁਝ ਉਹਨਾਂ ਦੇ ਜੀਵਨ ਦੇ ਜਿਹੜੇ ਕ੍ਰਿਸ਼ਮੇ ਆ ਉਹ ਵੀ ਬਾਲ ਅਵਸਥਾ ਵਿੱਚ ਹੀ ਸੰਗਤਾਂ ਨੇ ਦੇਖਣੇ ਸ਼ੁਰੂ ਕੀਤੇ। ਜਦੋਂ ਦਾ ਕਹਿੰਦੇ ਸੀ ਆਮ ਹੁਣ ਵੀ ਤੁਸੀਂ ਦੇਖ ਲਿਓ, ਬਾਬਾ ਜੀ ਨੇ ਜਿਹੜੀਆਂ ਕੋਈ ਕਿਰਤਮਾਂ ਬਣੀਆਂ ਜਾਂ ਫੋਟੋਆਂ ਉਹ ਪਦਮ ਆਸਣੇ ਹੁੰਦੇ। ਪਦਮ ਆਸਣ ਆਮ ਨੂੰ ਲਾਉਣਾ ਵੀ ਔਖਾ, ਪਰ ਉਹਨਾਂ ਦੇ ਉਹ ਪਦਮ ਆਸਣ ਬੁੱਧ ਦੀ ਫੋਟੋ ਦੇਖ ਲਿਓ, ਮਹਾਂਵੀਰ ਦੇ ਉਹਨਾਂ ਦੇ ਵੀ ਪਦਮ ਆਸਣ ਹੁੰਦੇ। ਇਹ ਸਾਧੂਆਂ ਦਾ ਆਸਣ। ਔਰ ਇੱਥੇ ਉਹ ਪਲੇ ਖੇਡੇ ਬੱਲੇ ਬੇਬੇ ਜੀ ਨੇ ਉਹਨਾਂ ਦਾ ਸਾਰਾ ਦੇਖ ਰੇਖ ਕੀਤੀ ਹੈ। ਤੇ ਜਦੋਂ ਹੁਣ ਮਹਾਰਾਜ 4 ਉਦਾਸੀਆਂ ਵਾਸਤੇ ਗਏ, ਉਦੋਂ ਫਿਰ ਸਾਰਾ ਪਰਿਵਾਰ ਵੀ ਇਕੱਠਾ ਹੋਇਆ। ਸੱਸ ਸਹੁਰਾ ਵੀ, ਮਾਤਾ ਪਿਤਾ ਵੀ। ਮਹਾਰਾਜ ਆਪਣੇ ਮਾਤਾ ਪਿਤਾ ਦੇ ਇਕਲੌਤੇ ਹੀ ਸਾਹਿਬਜ਼ਾਦੇ ਸੀ। ਬਹਿ ਜਾ ਵੀ ਅਗੀ ਸਿੰਘ, ਉਹ ਤਾਂ ਆਪਣੇ ਹੈਗਾ ਨਾ, ਬਾਕੀਆਂ ਦਾ ਹਿਸਾਬ ਹੋ ਜਾਂਦਾ। ਉਹਦਾ ਆਪਣੇ ਡੇਰੇ ਸਿੱਖਿਆ ਨਾ,
ਉਹਦਾ ਗੱਲ ਸੁਣ ਲਾ, ਠੀਕ ਹੈ ਨਾ, ਨਹੀਂ ਤਾਂ ਫਿਰ ਤੂੰ ਬਿਲਕੁਲ ਹੀ ਪਿਛੜ ਜਾਏਗਾ। ਉਹ ਫਿਰ ਸਾਧ ਸੰਗਤ ਜੀ ਨੂੰ, ਹੁਣ ਦੇਖੋ ਇੱਕੋ ਇੱਕ ਪੁੱਤਰ ਹੋਵੇ ਤੇ ਮਾਂ ਪਿਓ ਹੋ ਜਾਣ ਬਜ਼ੁਰਗ, ਖਾਸ ਤੌਰ ਉਹਨਾਂ ਦੇ ਵੀ, ਕਿਉਂਕਿ ਮਾਤਾ ਜੀ ਦਾ ਕੋਈ ਭਰਾ ਨਾ ਭੈਣ ਸੀ, ਮਾਤਾ ਸੁਲੱਖਣੀ ਦੀ ਥੱਲੇ ਹੀ ਸੀ। ਮਾਤਾ ਜੀ ਇੱਥੇ ਆਏ ਉਹ ਤਾਂ ਬਿਲਕੁਲ ਸੁਣਿਆ ਹੋਗਾ ਬਾਬਾ ਮੂਲ ਚੰਦ, ਮਾਤਾ ਚੰਦੋਲਨ, ਮਹਾਰਾਜ ਇੱਥੇ ਆ ਗਏ, ਬੇਬੇ ਜੀ ਪਹਿਲਾਂ ਇੱਥੇ ਵਿਆਹ, ਉਹ ਉਧਰੋਂ ਵੀ ਤੇ ਇੱਧਰੋਂ ਵੀ, ਤੇ ਸਾਨੂੰ ਬੁੱਢਿਆਂ ਨੂੰ ਛੱਡ ਕੇ ਚੱਲੇ। ਤੇ ਮਹਾਰਾਜ ਇਹ ਨਹੀਂ ਕਿ ਉਹਨਾਂ ਨੂੰ ਰੋਂਦਿਆਂ ਛੱਡ ਕੇ ਗਏ, ਉਹਨਾਂ ਦੀ ਤਸੱਲੀ ਕਰਾਈ। ਤੇ ਸਾਰੇ ਸੰਸਾਰ ਦੇ ਬਜ਼ੁਰਗ, ਯਤੀਮ, ਇਸਤਰੀਆਂ, ਮੁਗਲਾਂ ਦਾ ਰਾਜ ਹੈ, ਜ਼ੋਰ ਜ਼ੁਲਮ ਬਹੁਤ ਹੋ ਰਿਹਾ, ਹੁਣ ਤੁਹਾਡਾ ਦੋਹਾਂ ਦੀ ਸੇਵਾ ਸੰਭਾਲ ਕਰੀਏ, ਚੌਹਾਂ ਦੀ ਜਾਨ ਸੰਸਾਰ ਦੀ। ਉਹਨਾਂ ਦੀ ਸੰਤੁਸ਼ਟੀ ਕਰਕੇ ਗਏ, ਉਹਨੇ ਖੁਦ ਫਿਰ ਆਸ਼ੀਰਵਾਦ ਆ ਗਿਆ ਦਿੱਤੀ। ਇਹ ਗੱਲ ਤਾਂ ਠੀਕ ਹੈ, ਇੱਕ ਪਾਸੇ ਸਾਰਾ ਸੰਸਾਰ ਦੁਖੀ, ਅੱਛਾ ਇੱਧਰ ਮਹਿਤਾ ਜੀ ਵੀ ਪੂਰੇ ਅਮੀਰ ਆ, ਉੱਧਰ ਮਹਾਰਾਜ ਦੇ ਸਹੁਰੇ ਉਹ ਵੀ ਅਮੀਰ ਹੈ, ਤੇ ਤੁਹਾਡੇ ਉਹਦਾ ਨੌਕਰ ਚੌਕਰ ਬਹੁਤ ਹੈ। ਤੇ ਆ ਬਾਕੀ ਜਿਹੜੀ ਲਕਾਈ ਗਈ ਗਰੀਬ ਗੁਰਬਾ ਦੁੱਖ ਭੋਗ ਰਿਹਾ, ਫਿਰ ਇਜਾਜ਼ਤ ਲੈ ਕੇ ਗਏ, ਖੁਸ਼ੀ ਲੈ ਕੇ, ਪ੍ਰਸੰਨਤਾ ਲੈ ਕੇ। ਤੇ ਹੁਣ ਮਾਤਾ ਜੀ ਔਰ ਬਾਬਾ ਸ਼੍ਰੀ ਚੰਦ ਜੀ, ਲక్ష్ਮੀ ਦਾਸ, ਉਹਨਾਂ ਦੀ ਉਮਰ ਮੇਰਾ ਹੈ ਤਿੰਨ, ਉਹਨਾਂ ਦੀ 1.5 ਹੋਣੀ ਹੈ। ਇਹ ਸਾਰੀ ਜ਼ਿੰਮੇਵਾਰੀ ਧੰਨ ਧੰਨ ਬੇਬੇ ਨਾਨਕੀ ਜੀ ਨੂੰ ਦੇ ਕੇ ਗਏ। ਗੱਜ ਕੇ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਬੂਹੇ ਦੀ ਪੰਡ ਚੱਕਣੀ ਸੌਖੀ ਨਹੀਂ ਹੁੰਦੀ, 1-2 ਦਿਨ ਦਾ ਨਹੀਂ ਹੈ, ਪਰ ਬੇਬੇ ਜੀ ਦਾ ਹੁਣ ਜਿਹੜਾ ਹੈ ਇਸ ਤੇ ਮਹਾਰਾਜ ਆਏ, ਇਹ ਸਾਰਾ ਸਿਹਰਾ ਸਾਰਾ ਕੁਝ ਬੇਬੇ ਨਾਨਕੀ ਨੂੰ ਜਾਂਦਾ, ਉਹਨਾਂ ਦੀ ਕਿਰਪਾ, ਉਹਨਾਂ ਦੇ ਪਿਆਰ ਨਾਲ ਆਇਆ। ਮਹਾਰਾਜ ਗਿਆਨ ਦਾ ਅਵਤਾਰ ਹੈ, ਬੇਬੇ ਜੀ ਭਗਤੀ ਦਾ ਅਵਤਾਰ। ਭਾਈਆ ਪ੍ਰੇਮ ਹੈ, ਜਿੱਥੇ ਪ੍ਰੇਮਾ ਭਗਤੀ ਉੱਥੇ ਪਰਮੇਸ਼ਰ ਨੂੰ ਆਉਣਾ, ਦੂਜੀ ਜਗ੍ਹਾ ਥੋੜ੍ਹੀ ਜਾਂਦਾ। ਤੇ ਮਹਾਰਾਜ ਉੱਥੇ ਕਿੰਨਾ ਲੰਮਾ ਸਮਾਂ ਰਹੇ। ਕੁਝ ਵਿਦਵਾਨਾਂ ਨੇ ਭਾਵੇਂ ਤਲਵੰਡੀ ਬਾਰੇ ਵੀ ਲਿਖਿਆ, ਪਰ ਨਹੀਂ, ਜਿਹੜਾ ਅਸਲੀ ਪਾਸੇ ਉਹ ਇੱਥੇ ਜਨਮ ਸਥਾਨ, ਕੋਈ ਇਸ ਵਾਸਤੇ ਇਹ ਜਗ੍ਹਾ ਕਿੰਨੀ ਸੁੰਦਰ ਇਮਾਰਤ ਮਹਾਂਪੁਰਖਾਂ ਨੇ ਬੜੀ ਰੀਝ ਨਾਲ ਬਣਾਈ ਹੈ। ਔਰ ਇਸ ਕਰਕੇ ਬਾਬਾ ਸ਼੍ਰੀ ਚੰਦ ਜੀ ਹੁਣ ਬਚਪਨ ਵਿੱਚ ਇਹ ਸੀ, ਉਹਨਾਂ ਦੇ ਘਰ ਜਿਵੇਂ ਆਮ ਆ ਜਾਂਦੇ ਆ ਭਿੱਖਿਆ ਲੈਣ ਵਾਲੇ, ਭੂਆ ਜੀ ਭਾਵ ਬੇਬੇ ਨਾਨਕੀ ਜੀ ਉਹਨਾਂ ਨੂੰ ਦੇਣ ਵਾਸਤੇ ਅੰਦਰ ਆਏ। ਤੇ ਬਾਬਾ ਸ਼੍ਰੀ ਚੰਦ ਜੀ ਪਹਿਲਾਂ ਜਾ ਕੇ ਛੋਲਿਆਂ ਦੀਆਂ ਬੋਰੀਆਂ ਪਈਆਂ ਸੀ, ਐਂ ਬੁੱਕ ਭਰ ਕੇ ਨਾ ਮੰਗਤੇ ਦੀ ਝੋਲੀ ਪਾ, ਕਹਿਣ ਲੱਗੇ ਕੀ ਦੇ ਕੇ ਆਏ? ਅਗੇ ਮੋਤੀ। ਕਹਿੰਦੇ ਕਿੱਥੋਂ ਗਿਆ? ਕਹਿੰਦੇ ਉਹਦਾ ਛੋਲਿਆਂ ਦੀਆਂ ਬੋਰੀਆਂ ਸੀ। ਜਿਹੜੇ ਉਹ ਮੰਗਤੇ ਦੀ ਝੋਲੀ ਦੇਖੀ ਤੇ ਉਹ ਮੋਤੀ ਸੀ। ਕਹਿਣ ਲੱਗੇ ਭੂਆ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ 'ਚ ਕੋਈ ਭਿੱਖਿਆ ਲੈਣ ਆਇਆ, ਜੇ ਮੰਗਤਾ ਹੀ ਰਿਹਾ ਤੇ ਫਿਰ ਇੱਥੇ ਆਉਣ ਦਾ ਕੀ ਲਾਭ ਹੋਇਆ? ਇੱਥੋਂ ਦਾ ਦਾਤਾ ਬਣ ਕੇ ਜਾਏ। ਗੱਜ ਕੇ ਬੋਲੋ ਸਤਿਨਾਮ ਸਤਿ ਸ੍ਰੀ ਅਕਾਲ। ਇਹ ਦਾਤਿਆਂ ਦਾ ਘਰ ਹੈ, ਮੰਗਤਿਆਂ ਦਾ ਨਹੀਂ ਹੈ। ਪਰ ਹੁਣ ਸਾਨੂੰ ਤਾਂ ਆਦਤ ਪੈ ਗਈ ਮੰਗਣ ਦੀ ਬਹੁਤ ਜ਼ਿਆਦਾ। ਕਿੱਧਰ ਨੂੰ ਤੁਰ ਪਿਆ ਸੰਸਾਰ? ਸਾਰੇ ਦਾਤਿਆਂ ਦਾ, ਪੰਥ ਨੂੰ ਦਾਤਿਆਂ ਦਾ ਬਣਾਇਆ ਮਹਾਰਾਜ। ਉਹ ਸਾਧ ਸੰਗਤ
ਤੇ ਬੇਬੇ ਜੀ ਨੇ ਤੇ ਦੇਖ ਲਿਆ ਕਿ ਠੀਕ ਹੈ। ਕੋਈ ਇਸ ਵਾਸਤੇ ਫਿਰ ਬਾਬਾ ਜੀ ਆਪਣੀ ਇੱਛਾ ਨਾਲ ਕਿ ਭੂਆ ਜੀ ਹੁਣ ਅਸੀਂ ਚਲੇ ਜਾਣਾ। ਕਹਿੰਦੇ ਕਿੱਥੇ ਜਾਣਾ? ਕਹਿੰਦੇ ਜਿੱਥੇ ਕਰਤਾਰ ਲਿਜਾਏ, ਕਿਉਂਕਿ ਦਰਗਾਹ ਤੋਂ ਮਹਾਂਪੁਰਖਾਂ ਨੂੰ ਜੋ ਹੁਕਮ ਹੁੰਦਾ ਉਹਦੇ ਮੁਤਾਬਿਕ ਚੱਲਦਾ। ਕਿਉਂ ਜਦੋਂ ਫਿਰ ਮਹਾਰਾਜ ਚਾਰੇ ਉਦਾਸੀਆਂ ਕਰਕੇ ਕਰੋੜੀਏ ਦੀ ਬੇਨਤੀ ਤੋਂ ਹੁਣ ਪਾਕਿਸਤਾਨ 'ਚ ਰਹਿ ਗਿਆ ਰਾਵੀਓਂ ਪਾਰ ਕਰਤਾਰਪੁਰ ਸਾਹਿਬ, ਜਿਹਦੇ ਆ ਲਾਂਘੇ ਦੀ ਗੱਲ ਰੋਜ਼ ਚੱਲਦੀ ਸੀ। ਸੰਗਤਾਂ ਗਈਆਂ ਵੀ ਹੈ ਯਾਤਰਾ, ਉਹਨਾਂ ਥੋੜ੍ਹਾ ਜਿਹਾ ਕਰੋਨਾ ਕਰਕੇ ਰੋਕ ਜਿਹੀ ਪੈ ਗਈ ਹੈ। ਉੱਥੇ ਫਿਰ ਮਹਾਰਾਜ ਤਕਰੀਬਨ 18 ਸਾਲ ਰਹੇ। ਖੇਤੀ ਵਗੈਰਾ ਲੰਗਰ ਧਰਮਸ਼ਾਲਾ ਬਣਾਈ, ਉੱਥੇ ਸਿੱਖੀ ਦੀ ਪਰਖ ਹੋਈ। ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਸੇਵਾ ਮਿਲੀ। ਉੱਥੇ ਮਹਾਰਾਜ ਜੋਤੀ ਜੋਤ ਸਮਾਏ ਤੇ ਜਿਹੜੀ ਸਾਰੀ ਕਿਰਿਆ ਵਗੈਰਾ ਹੋਈ। ਤੇ ਬਾਬਾ ਸ੍ਰੀ ਚੰਦ ਜੀ ਨੇ ਰਾਵੀ ਤੋਂ ਉਰਲੇ ਪਾਸੇ ਮਹਾਰਾਜ ਦੇ ਨਾਂ ਤੇ ਇੱਕ ਨਗਰ ਵਸਾਇਆ। ਉਹਦਾ ਨਾਂ ਰੱਖਿਆ ਡੇਰਾ ਬਾਬਾ ਨਾਨਕ। ਪਰਲੇ ਪਾਸੇ ਤੋਂ ਗੁਰੂ ਸਾਹਿਬ ਨੇ ਵਸਾਇਆ, ਉਹਦਾ ਨਾਂ ਕਰਤਾਰਪੁਰ। ਕਰਤਾਰਪੁਰ ਦੋ ਆ, ਇੱਕ ਤਾਂ ਗੁਰੂ ਨਾਨਕ ਸਾਹਿਬ ਨੇ ਵਸਾਇਆ, ਇੱਕ ਆ ਦੁਆਬੇ 'ਚ ਹੈ, ਗੁਰੂ ਸਾਹਿਬ ਨੂੰ 12 ਮੀਲ ਤੇ ਹੀ ਹੈ। ਇਹ ਪੰਜਵੇਂ ਪਾਤਸ਼ਾਹ ਨੇ ਵਸਾਇਆ। ਛੇਵੇਂ ਪਾਤਸ਼ਾਹ ਜੰਗ ਵੀ ਆਖਰੀ 'ਚ ਦੋ ਕਰਤਾਰਪੁਰ ਕਰਤੇ ਦੇ ਨਾਮ। ਕਰਤਾਰਪੁਰ ਕਰਤਾ ਬਸ ਮੰਤਨ ਕੈ ਪਾਸ, ਇਹ ਸੰਗਤੀ ਵੀ ਹੈ ਬਾਣੀ। ਉਹਦਾ ਨਾਂ ਰੱਖਿਆ ਡੇਰਾ ਬਾਬਾ ਨਾਨਕ। ਇੱਥੇ ਗੁਰਦੁਆਰਾ ਟਾਹਲੀ ਸਾਹਿਬ ਹੈ ਤੇ ਬਾਬਾ ਜੀ ਮਹਾਰਾਜ ਆਸਣ ਲਈ ਬੈਠੇ ਰਿਪੂਣਾ ਜਿਵੇਂ ਹੈ। ਤੇ ਬਾਬਾ ਲక్ష్ਮੀ ਦਾਸ ਜੀ ਸ਼ਿਕਾਰ ਖੇਲ ਲਿਆ, ਕਹਿਣ ਲੱਗਿਆ ਜਾਨਵਰ ਮਾਰੀ ਜਾਂਦੇ, ਲੇਖਾ ਵੀ ਦੇਣਾ ਪੈਣਾ। ਕਹਿੰਦੇ ਤੇ ਚੰਗਾ ਲੇਖਾ ਮੁਕਾਇਆ ਉਹਨੇ, ਉਹ ਸਾਰੇ ਜੀਂਦੇ ਕਰਕੇ ਉਡਾ। ਘੋੜੇ ਤੇ ਆਪ ਵੀ ਸਵਾਰ ਹੋਏ ਔਰ ਮਾਤਾ ਜੀ ਨੂੰ ਵੀ ਲਾਜਵੰਤੀ ਤੇ ਧਰਮਦਾਸ ਉਹਨਾਂ ਦੇ ਪੁੱਤਰ ਸੀ। ਆਕਾਸ਼ ਮੰਡਲ 'ਚ ਜਾ ਰਹੇ ਨਾਮ ਲੋਕਾਂ ਨੇ ਕੋਈ ਗੱਲ ਬੜੀ ਇਸ ਚਰਜ ਹੈ, ਪਰ ਜਿਹੜੇ ਸਮਰੱਥ ਲੋਕ ਆ ਉਹਨਾਂ ਦੀਆਂ ਗੱਲਾਂ ਵੀ ਨਿਆਰੀਆਂ। ਤੇ ਭਾਈ ਕਮਲੀਆ ਜੀ ਮਹਾਰਾਜ ਦੇ ਹਜ਼ੂਰੀ ਸੇਵਾਦਾਰ ਸੀ। ਕਹਿਣ ਲੱਗੇ ਮਹਾਰਾਜ ਤੁਸੀਂ ਬਾਲ ਬ੍ਰਹਮਚਾਰੀ ਆ ਤੇ ਲక్ష్ਮੀ ਦਾਸ ਜੀ ਤੁਹਾਡੇ ਬਚਨ ਆਕਾਸ਼ ਮੰਡਲ ਜਾ ਰਹੇ ਆ ਤੇ ਗੁਰੂ ਨਾਨਕ ਸਾਹਿਬ ਦੀ ਜਿੰਦੀ ਵਾਂਗ ਸੰਸਾਰ ਤੇ ਰਹਿਣੀ ਚਾਹੀਦੀ ਹੈ। ਕਮਲੀਆ ਵੀ ਬਾਲ ਬ੍ਰਹਮਚਾਰੀ ਹੈ, ਮਹਾਰਾਜ ਦਾ ਸੇਵਕ ਬਾਬਾ ਜੀ ਦਾ। ਅੱਗੇ ਕੋ ਉਹਨਾਂ ਨੇ ਤੇ ਗੁਰੂ ਨਾਨਕ ਸਾਹਿਬ ਦੀ ਜਿੰਦੀ ਅੰਗ ਸੰਸਾਰ ਤੇ ਜ਼ਰੂਰ ਚਾਹੀਦੀ। ਉਹਨਾਂ ਨੇ ਦਰਸ਼ਨ ਕਰਕੇ ਗੁਰੂ ਨਾਨਕ ਚੇਤੇ ਆਇਆ ਕਰਨ ਤੇ ਬਾਬਾ ਸ੍ਰੀ ਚੰਦ ਨੇ ਪਿਆ 16 ਯੋਜਨ ਬਾਂਹ ਵਧਾ ਲਈ, ਧਰਮਦਾਸ ਜੀ ਨੂੰ ਲਾ ਲਿਆ ਤੇ ਪੱਟ ਕੇ ਪਾਲਣ ਨੂੰ ਅੰਗੂਠਾ ਪਾ ਦੇਣਾ, ਆਪ ਪਾਲਣਾ ਕੀਤੀ। ਉਹਦੀ ਅਦਾਸੀ ਮੱਤ ਦੀ ਗੁਰਦੀਖਿਆ ਦੇ ਹੁਣ ਵੀ ਜਿਹੜੇ ਬੇਦੀ ਸਾਹਿਬਜ਼ਾਦੇ ਨੇ ਜਦੋਂ ਉਹਨਾਂ ਨੂੰ ਗੁਰਦੀਖਤ ਕਰਦੇ ਭਗੂਤੀ ਰਮਾਉਂਦੇ ਆ, ਉਸ ਵੇਲੇ ਦਰਵਾਜ਼ੇ ਬੰਦ ਕਰਨੇ ਪੈਂਦੇ। ਇੰਨਾ ਪਹਿਰਾ ਹੁੰਦਾ, ਦੌੜ ਜਾਈਏ ਤੇ ਜੰਗਲ ਇੰਨਾ ਬਰਾਗ ਹੋ ਜਾਂਦਾ। ਅੱਜ ਵੀ ਹੈਗਾ ਪਹਿਰਾ ਹੁੰਦਾ। ਫਿਰ ਬਾਬਾ ਲక్ష్ਮੀ ਦਾਸ ਤੇ ਸਾਹਿਬਜ਼ਾਦੇ ਬਾਬਾ ਧਰਮਦਾਸ ਜਿਨ੍ਹਾਂ ਨੂੰ ਉੱਥੇ ਵਸਾਇਆ। ਹੁਣ ਉਹ ਬੇਦੀਆਂ ਦੀਆਂ ਦੋ ਪ੍ਰਣਾਲੀਆਂ ਹੈ, ਇੱਕ ਤਾਂ ਬਾਬਾ ਕਾਬਲੀ ਮਲ ਦੀ ਔਲਾਦ ਆ ਜਿਹੜੇ ਚੋਲਾ ਸਾਹਿਬ ਲਿਆਏ,
ਤੇ ਬੇਬੇ ਨਾਨਕੀ ਨੇ ਰੁਮਾਲ ਕੱਢ ਕੇ ਦਿੱਤਾ। ਹਰੀ ਸਿੰਘ ਨਲੂਏ ਤੇ ਛਾਲਾ ਭੇਟ ਕੀਤਾ। ਉਹ ਚੋਲਾ ਜੀ ਤੇ ਕੁਰਾਨ ਦੇ 30 ਸਿਪਾਰੇ ਪ੍ਰਿੰਟ ਸੀ। ਦਰਸ਼ਨ ਕਰਨ ਜਾਂਦੀ ਦੁਨੀਆ। ਇੱਕ ਤਾਂ ਉਹ ਪਰਿਵਾਰ ਰਹਿੰਦਾ, ਦੂਜੇ ਬਾਬਾ ਕਲਾਧਾਰੀ ਜੀ ਸੀ, ਉਹ ਚਲ ਗਿਆ ਊਨਾ ਸਾਹਿਬ। ਬਾਬਾ ਕਲਾਧਾਰੀ ਉਹਨਾਂ ਦੇ ਬਾਬਾ ਸਾਹਿਬ ਨੇ ਬੇਦੀ ਵਿੱਚ ਹੋਏ ਆ, ਬਾਬਾ ਅਜੀਤ ਸਿੰਘ ਦੇ ਪੁੱਤਰ। ਉਹਨਾਂ ਨੇ ਮਹਾਰਾਜ ਰਣਜੀਤ ਸਿੰਘ ਨੂੰ ਖਾਲਸਾ ਰਾਜ ਦਾ ਤਿਲਕ ਦਿੱਤਾ। ਬਾਬਾ ਸਾਹਿਬ ਬੇਦੀ ਤੇ ਹੁਣ ਬਾਬਾ ਸਰਬਜੋਤ ਸਿੰਘ ਜੀ ਹੈ, ਜਿਹੜੇ ਉਹਨਾਂ ਦੀ 17ਵੀਂ ਜਗ੍ਹਾ ਗੁਰੂ ਨਾਨਕ ਸਾਹਿਬ। ਬਾਬਾ ਸਰਬਜੋਤ ਸਿੰਘ ਇਹ ਮਤਲਬ ਇੱਕ ਪਰਿਵਾਰ ਉਨੇ ਚਲ ਗਿਆ, ਇੱਕ ਡੇਰੇ ਬਾਬੇ ਨਾਨਕ ਆ। ਪੜ੍ਹੇ ਲਿਖੇ ਬੱਚੇ ਦੇਸਾਂ ਪ੍ਰਦੇਸਾਂ 'ਚ ਹੀ ਗਏ ਹੋਏ ਆ। ਉਹ ਬੱਚੇ ਅੱਜ ਕੱਲ੍ਹ ਕਾਰੋਬਾਰਾਂ ਲਈ ਚਲੇ ਜਾਂਦੇ ਆ, ਪੜ੍ਹ ਲਿਖ। ਮਤਲਬ ਉਹਨਾਂ ਦੀ ਜਿਹੜੀ ਪ੍ਰਣਾਲੀ ਹੈ ਉਹ ਚੱਲਦੀ। ਤੇ ਇਸੇ ਤਰ੍ਹਾਂ ਬਾਬਾ ਸ੍ਰੀ ਚੰਦ ਜੀ ਮਹਾਰਾਜ ਬਾਰਠ ਸਾਹਿਬ ਉੱਥੇ ਤਪੱਸਿਆ ਕਰਦੇ। ਅੱਜ ਵੀ ਬਾਬਾ ਜੀ ਦਾ ਸਥਾਨ ਹੈ। ਤੇ ਉੱਥੇ ਫਿਰ ਉਹ ਪਠਾਨ ਸੀ, ਉਹਦਾ ਪੁੱਤਰ ਕਿਤੇ ਸ਼ਿਕਾਰ ਖੇਲਦਾ। ਉਹ ਜਿਹੜੇ ਰੌਲਾ ਸੁਣੇ ਬਾਬਾ ਜੀ ਕਹਿੰਦੇ ਕੀ ਗੱਲ? ਕਹਿੰਦੇ ਜੀ ਉਹ ਬਾਰੇ ਖਾਂ ਪਠਾਨ ਦਾ ਉਹ ਸ਼ਿਕਾਰ ਖੇਲਦਾ। ਬਾਬਾ ਜੀ ਨੇ ਵੀ ਬਚਨ ਛੱਡ ਦਿੱਤਾ। ਬਚਨ ਵਿਅਰਥ ਜਾਂਦਾ। ਉਹ ਜਿਹੜੇ ਬਾਰੇ ਖਾਂ ਨੂੰ ਪਤਾ ਲੱਗਾ, ਉਹ ਤਾਂ ਆਇਆ ਘੋੜੇ ਤੇ ਭੱਜਿਆ ਜੀ। ਮਹਾਰਾਜ ਬਖਸ਼ ਲਓ। ਕਹਿੰਦੇ ਉਹਨੂੰ ਕਹੋ ਕੋਈ ਸੂਰਜ ਛਿਪਣ ਤੋਂ ਪਹਿਲਾਂ ਇਸ ਜੂਹ ਤੋਂ ਬਾਹਰ ਹੋ, ਇਹਦਾ ਬਚ ਜਾਊਗਾ, ਨਹੀਂ ਤਾਂ ਮੁਸ਼ਕਿਲ। ਉਹਦੀ ਇਹ ਜਗ੍ਹਾ ਸੀ। ਉਹਨੂੰ ਕਹਿੰਦੇ ਤੂੰ ਹੁਣ ਗਾਂ ਜਾ। ਉਹ ਬਾਰੇ ਖਾਂ ਨੇ ਪਠਾਨ ਨੇ ਆਪਣੇ ਨਾਂ ਤੇ ਪਠਾਨਕੋਟ ਬਸਾਇਆ, ਤਾਂ ਇਹਦਾ ਨਾਮ ਪਠਾਨਕੋਟ। ਕੋਟ ਕਿਲਾ ਉਹ ਬਾਰੇ ਖਾਂ ਪਠਾਨ ਨੇ ਸ਼ਹਿਰ ਵਸਾਇਆ ਪਠਾਨਕੋਟ। ਇੱਥੇ ਵੀ ਬਾਬਾ ਜੀ ਰਹੇ। ਬਾਬਾ ਜੀ ਦੀ ਬੋਲੀ ਹੈ। ਤੇ ਜਦੋਂ ਪੰਜਵੇਂ ਪਾਤਸ਼ਾਹ ਨੂੰ ਤੱਤੀ ਤਵੀ ਤੇ ਦੁਸ਼ਟਾਂ ਨੇ ਇਸ ਤਰ੍ਹਾਂ ਫੀਸ ਰੇਤਾ ਵਗੈਰਾ, ਭਾਈ ਕਮਲੀ ਆਈ ਕਹਿੰਦੇ ਮਹਾਰਾਜ ਲਾਹੌਰ ਆ ਹੋ ਰਿਹਾ। ਕਹਿੰਦੇ ਅੱਛਾ, ਅੱਗ ਫੇ ਇੱਥੇ ਖਿੱਚ ਲੈਂਦੇ ਆ। ਉਹ ਪਿੱਪਲ ਸੀ, ਉਹਦੇ ਚੋਂ ਲਾਟਾਂ ਨਿਕਲਣ ਲੱਗ ਪਈਆਂ। ਉਹ ਪਿੱਪਲ ਹਾਲੇ ਖੜਾ, ਅੱਧਾ ਖੜਿਆ ਹੋਇਆ। ਉਹ ਪਿੱਛੇ ਜਿਹੇ ਕਾਰ ਸੇਵਾ ਵਾਲੇ ਮੈਂ ਕਿਹਾ ਦੇਖਿਓ ਕਿਤੇ ਇਹ ਨਿਸ਼ਾਨੀ ਨਾ ਗੁਆ ਦਿਓ, ਨਿਸ਼ਾਨੀਆਂ ਨਾ ਗੁਆ ਦਿਓ ਪੁਰਾਣੀਆਂ ਇਤਿਹਾਸ। ਕਿੱਥੇ ਫਿਰ ਬੋਲੀ ਆ ਬਾਬਾ ਜੀ ਦੀ। ਜਦੋਂ ਫਿਰ ਤਰਨ ਤਾਰਨ ਸਰੋਵਰ ਲਾਇਆ, ਉਹ ਮਿੱਟੀ ਚੀਕਣੀ ਬਹੁਤ ਸੀ, ਪੱਦਾਂ ਪਾਟੀਆਂ ਨੇ, ਪਾਣੀ ਨਹੀਂ ਸੀ ਹਟਦਾ। ਫਿਰ ਮਹਾਰਾਜ ਆਪ ਉੱਥੇ ਗਏ। ਪੰਜਵੇਂ ਪਾਤਸ਼ਾਹ ਆਪ ਕਿਰਪਾ ਕਰੋ, ਇਹ ਬੌਲੀ ਸਾਹਿਬ ਦਾ ਜਲ ਪਾਇਆ। ਇਹ ਜਲ ਖੁੱਲਿਆ। ਗੱਲ ਤਾਂ ਇਹ ਤੇ ਨਹੀਂ ਕਿ ਮਹਾਰਾਜ ਸਮਰੱਥ ਨਹੀਂ, ਪਰ ਗੁਰੂ ਅੰਸ਼ ਦਾ ਇੰਨਾ ਉਹ ਅਦਬ ਕਰਦੇ ਸੀ, ਵਡਿਆਈ ਦਿੰਦੇ ਸੀ। ਗੁਰੂ ਅਰਜਨ ਸਾਹਿਬ ਮਹਾਰਾਜ ਤੇ ਆਪ ਸਮਰੱਥ ਸੀ, ਗੁਰਤਾ ਗੱਦੀ ਦੇ ਮਾਲਕ ਹੈ, ਅਭੇਦ ਰੂਪ ਸੀ। ਤੇ ਜਿਹੜੇ ਸੁਖਮਨੀ ਸਾਹਿਬ ਦੀ ਬਾਣੀ ਚਾਰ ਰਹੇ 16 ਅਸ਼ਟਪਦੀਆਂ ਸੰਪੂਰਨ ਕੀਤੀ। ਅੱਗੇ ਜਪਜੀ ਸਾਹਿਬ ਦਾ ਸਲੋਕ ਵਿੱਚ ਰੱਖਣਾ। ਹੁਣ ਕਹਿੰਦੇ ਵੀ ਮਹਾਰਾਜ ਗੁਰੂ ਨਾਨਕ ਭਾਈ ਬਰਾਬਰੀ ਕਿਵੇਂ ਕਰੀਏ? ਇਹ ਉੱਥੇ ਗਏ, ਇਹ ਖੜੇ ਹੋਏ। ਤੇ ਗੁਰੂ ਨਾਨਕ ਸਾਹਿਬ ਗੱਦੀ ਵਾਲੇ ਨੂੰ ਪੁਰਖ ਕਹਿੰਦੇ ਸੀ। ਉਹ ਉਹੀ ਬਾਬਾ ਸੀ। ਪੁਰਖਾ ਕਿਵੇਂ ਆ? ਹਾਲੇ ਵੀ ਉਹ ਥੰਮ ਬਣਿਆ ਉੱਥੇ, ਜਿੱਥੇ ਗੁਰੂ ਅਰਜਨ ਸਾਹਿਬ ਜਾ ਕੇ ਮਤਲਬ ਖਲੋਤੇ। ਕਹਿੰਦੇ ਮਹਾਰਾਜ ਪਿਆ ਸੁਖਮਨੀ ਬਾਣੀ ਰਚ ਰਹੇ, ਧੰਨ ਗੁਰੂ ਨਾਨਕ ਸਾਹਿਬ ਸਲੋਕ ਰੱਖਣਾ ਸ੍ਰੀ ਜਪਜੀ ਸਾਹਿਬ ਦਾ। ਅਸੀਂ ਮਹਾਰਾਜ ਬਰਾਬਰੀ ਨਹੀਂ ਕਰ ਸਕਦੇ। ਤੁਸੀਂ ਸਮਰੱਥ ਉਹਨਾਂ ਦੇ ਸਾਹਿਬਜ਼ਾਦੇ ਆਪ ਕਿਰਪਾ ਕਰੋ ਮੁਖਾਰ ਵਿੱਚ। ਕਹਿੰਦੇ ਗੁਰੂ ਪਿਤਾ ਦੀ ਬਰਾਬਰੀ ਅਸੀਂ ਵੀ ਨਹੀਂ ਕਰ ਸਕਦੇ। ਤੁਸੀਂ ਗੱਦੀ ਤੇ ਆ, ਤੁਹਾਨੂੰ ਅਧਿਕਾਰ ਹੈ, ਸਾਨੂੰ ਅਧਿਕਾਰ ਨਹੀਂ। ਅਧਿਕਾਰ ਤੁਹਾਨੂੰ। ਕਹਿੰਦੇ ਨਹੀਂ ਮਹਾਰਾਜ ਹੁਣ ਟਾਲੋ ਨਾ, ਕਿਰਪਾ ਕਰੋ।
ਜਿਹੜੇ ਜ਼ਿਆਦਾ ਕਹਿੰਦੇ ਚੰਗਾ ਹੋਵੇ ਅਰਥ ਹੋਰ ਹੋਗਾ, ਇੱਕ ਮਾਤਰਾ ਛੋਟੀ ਕਰ। ਉਹ ਫਿਰ ਬਾਬਾ ਜੀ ਨੇ ਕਿਰਪਾ ਕੀਤੀ। ਆਦ ਸੱਚ ਜੁਗਾਦ ਸੱਚ ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ। ਅਰਥ ਕੋਈ ਹੈ। ਉੱਥੇ ਗਏ ਤੇ ਛੇਵੇਂ ਪਾਤਸ਼ਾਹ ਵੀ ਗਏ। ਕਹਿੰਦੇ ਮਹਾਰਾਜ ਮੇਰਾ ਅਵਤਰਨ ਵੀ ਬਾਬਾ ਬੁੱਢਾ ਸਾਹਿਬ ਜੀ ਦੇ ਮੁਖਾਰਬੰਦ ਬਚਨ, ਮੈਨੂੰ ਵੀ ਸਾਹਿਬਜ਼ਾਦਿਆਂ ਦੀ ਦਾਤ ਬਖਸ਼ੋ। ਕਹਿੰਦੇ ਜਾਓ, ਇੱਕ ਬੀਬੀ ਹੋ ਗਈ, 5 ਸਾਹਿਬਜ਼ਾਦੇ, ਇੱਕ ਸਾਨੂੰ ਦੇਣਾ ਪਊ। ਗੱਜ ਕੇ ਬੋਲੋ। ਜਦੋਂ ਫਿਰ ਮਹਾਰਾਜ ਦੀ ਕਿਰਪਾ ਨਾਲ ਬੀਬੀ ਬੀਰੋ ਜੀ, ਬਾਬਾ ਗੁਰਦਿੱਤਾ ਸਾਹਿਬ, ਬਾਬਾ ਸੂਰਜਮਲ ਔਰ ਬਾਬਾ ਅਟਲ ਰਾਏ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਬਾਬਾ ਅਣੀ ਰਾਏ, ਫਿਰ ਕਿਤੇ ਮਹਾਰਾਜ ਆਏ ਇੱਥੇ ਕੀਰਤਪੁਰ। ਉੱਥੇ ਛੇਵੇਂ ਪਾਤਸ਼ਾਹ, ਕਿਉਂ ਜਿਹੜਾ ਤਾਰਾ ਚੰਦ ਸੀ ਇਹਨੂੰ 52 ਰਾਜਿਆਂ ਨੂੰ ਮਹਾਰਾਜ ਨੇ ਕੱਢਿਆ ਸੀ, ਉਹਦੀ ਬੇਨਤੀ ਤੋਂ ਕੀਰਤਪੁਰ ਵਸਾਇਆ ਮਹਾਰਾਜ ਤਾਰਾ ਚੰਦ ਦੀ। ਇਹਦਾ ਦੀਪ ਚੰਦ ਸੀ, ਦੀਪ ਚੰਦ ਦਾ ਭੀਮ ਚੰਦ ਸੀ। ਉਹ ਫਿਰ ਗੁਰੂ ਘਰ ਦਾ ਦੋਖੀ ਬਣਿਆ ਰਿਹਾ, ਅਜਮੇਰ ਚੰਦ ਇਹ ਦੋਖੀ ਬਣ। ਉਹਦੀ ਬੇਨਤੀ ਤੋਂ ਕੀਰਤਪੁਰ ਸ਼ਹਿਰ ਵਸਾਇਆ ਮਹਾਰਾਜ, 52 ਰਾਜਿਆਂ ਨੂੰ ਕੱਢਿਆ ਸੀ। ਤੇਰੇ ਕਿਰਤਗਣ ਬਣਦਾ ਉਹ ਸਾਧ ਸੰਗਤ ਜੀ। ਉੱਥੇ ਚਰਨ ਕਮਲ ਗੁਰਦੁਆਰਾ ਧੰਨ ਗੁਰੂ ਨਾਨਕ ਪਾਤਸ਼ਾਹ ਤੇ ਬਾਬਾ ਸ੍ਰੀ ਚੰਦ ਮਹਾਰਾਜ ਛੇਵੇਂ ਪਾਤਸ਼ਾਹ 5 ਸਾਹਿਬਜ਼ਾਦਿਆਂ ਨੂੰ ਲੈ ਕੇ ਆਏ। ਕਹਿੰਦੇ ਪੁਰਖਾ ਵੀ ਸਾਡਾ ਤੇ ਬਾਬਾ ਗੁਰਦਿੱਤਾ ਸਾਹਿਬ, ਉਹਨਾਂ ਦਾ ਨੂਰਾਨੀ ਚਿਹਰਾ, ਕਹਿੰਦੇ ਸਾਡਾ ਬਾਬਾ ਜੀ ਸਾਨੂੰ ਦੇ ਦਿਓ। ਉਹਨਾਂ ਦਾ ਨਾਂ ਹੈ ਬਾਬਾ ਪੈ ਗਿਆ। ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਜੋ ਮੰਗਿਆ ਸੋ ਬਾਰ ਦਿੱਤਾ। ਜਿੰਨਾ ਪਹਾੜ ਹੈ ਸਾਰਾ ਨੂੰ ਉੱਥੇ ਦੁੱਧ ਨਾ ਚੜਾਉਣ ਤੇ ਮੱਝਾਂ ਦੁੱਧ ਨਹੀਂ, ਖੂਨ ਆਉਣ ਲੱਗ ਪੈਂਦਾ, ਸੁੱਖਣਾ ਪੂਰੀਆਂ ਹੋਣੇ। ਬਾਬੇ ਗੁਰਦਿੱਤੇ ਨੂੰ ਇੰਨੀ ਦੁਨੀਆ ਮੰਨਦੀ ਹੈ। ਸੋ ਇਸ ਵਾਸਤੇ ਇਹ ਕੌਤਕ ਹੈ। ਫਿਰ ਬਾਬਾ ਜੀ ਮਹਾਰਾਜ ਕਸ਼ਮੀਰ 'ਚ ਗਏ। ਉੱਥੇ ਉਹ ਦਰਿਆ ਚੜਿਆ, ਉਹ ਮਲਾਹ ਨੂੰ ਕਹਿਣ ਲੱਗੇ ਬਾਬਾ ਜੀ ਤਾਂ ਬਧੂਕ ਵਰਤੀ ਦੇ। ਹੁਣ ਕਹਿ ਵੀ ਨਾਂਗਾ ਸਾਰੇ ਇੱਥੋਂ ਕਿਹੜਾ ਕਿੱਧਰ ਜਾਣਾ, ਬੇੜੀ ਪਾਰ ਕਰਾਂਗਾ ਇਹ ਵੀ ਹੁੰਦਾ ਵੀ ਮਜ਼ਦੂਰੀ ਮਿਲੇਗੀ। ਬਾਬਾ ਜੀ ਕਹਿੰਦੇ ਦੇ ਲਾ, ਪਰ ਉਹ ਨਹੀਂ ਰਾਮੀ ਸਮਝ। ਉੱਥੇ ਇੱਕ ਸਿਲਾ ਸੀ 12 ਫੁੱਟ, ਐਵੇਂ ਮਾੜਾ ਜਿਹਾ ਚਰਨ ਚੁਆਇਆ, ਉਹ ਦਰਿਆ 'ਚ ਉੱਤੇ ਜਾ ਕੇ ਹੁਣ ਉਹ ਬੇਨਤੀਆਂ ਕਹਿੰਦੇ ਵੀ ਸਮਾਂ ਲੱਗ ਗਿਆ। ਉਹ ਸਿਲਾ ਅੱਜ ਵੀ ਹੈ, ਪੂਜਾ ਹੁੰਦੀ ਹੈ। ਕਈਆਂ ਨੇ ਕਈ ਕੁਛ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਦੀ ਬਰਕਤ ਜਿਹੜੀ ਨਾ। ਫਿਰ ਉੱਥੇ ਉਹ ਮੁਸਲਮਾਨ ਫਕੀਰ ਬਹੁਤਾ ਹੀ ਕਰਾਮਾਤੀ ਹੁੰਦਾ ਸੀ। ਤੇ ਬਾਬਾ ਜੀ ਮਹਾਰਾਜ ਜੀ ਨੇ ਚਰਨਾਰ ਦਾ ਦਰਖਤ, ਉਹਦਾ ਲੱਕੜ ਸੀ ਧੂਣੇ, ਉਹ ਬਲਦੀ ਉਂਗੜ, ਉਦੋਂ ਹਰਾ ਪਰ ਸਾਡੇ ਸੇਵਾ ਵਾਲਿਆਂ ਨੇ ਉਹ ਰਹਿਣ ਨਹੀਂ ਦਿੱਤਾ। ਦੇਖੋ ਕਿਹੜੀਆਂ ਇਹ ਚੀਜ਼ਾਂ ਇਤਿਹਾਸ। ਫਿਰ ਇੱਥੇ ਮੰਦਿਰਾਂ 'ਚ ਸੰਖ ਨਹੀਂ ਸੀ ਵੱਜਣ ਦਿੱਤੇ, ਤੇ ਬਾਬਾ ਜੀ ਨੇ ਸੰਖ ਵਜਾ। ਪੱਕੀ ਵੇਗ ਬੜਾ ਜ਼ੁਲਮ ਕਰਦਾ ਸੀ। ਜਿਹੜੇ ਪੁੱਛਿਆ ਕੌਣ, ਗਿਆ ਇਹ ਪਾਗਲ ਹੈ। ਬਾਬਾ ਜੀ ਨੂੰ ਦੱਸਿਆ, ਕਹਿੰਦੇ ਪਾਗਲਾਂ ਨੂੰ ਪਾਗਲ ਦੀਦੇ ਹੁੰਦੇ। ਬਸ ਉਦੋਂ ਹੀ ਪਾਗਲ ਹੋ ਗਿਆ, ਕੰਧਾਂ 'ਚ ਸਿਰ ਮਾਰਨ ਲੱਗ ਪਿਆ, ਆਪੇ ਕਟਾਰ ਮਾਰ ਕੇ ਮਰ ਗਿਆ। ਤੱਕੀ ਵੇ ਤੇ ਪਿਸ਼ਾਵਰ ਯੂਸਫ ਖਾਂ ਉੱਥੇ ਇਵੇਂ ਸੀ। ਮੰਦਿਰਾਂ 'ਚ ਤਲ ਖੜਕਾਉਣੇ, ਸੰਤ ਵਜਾਉਣੇ ਬੰਦ ਸੀ, ਤੇ ਬਾਬਾ ਜੀ ਨੇ ਕਿਰਪਾ ਕੀਤੀ। ਫਿਰ ਉਹ ਚੜ੍ਹ ਕੇ ਆ ਗਿਆ ਟਿੱਡੀ ਦਲ ਨੂੰ, ਭਾਨਾ ਸ਼ਾਹ, ਉਹਦਾ ਬੇੜਾ ਡੁੱਬ ਰਿਹਾ ਸੀ। ਅਰਦਾਸ ਕੀਤੀ, ਬੇੜਾ ਬੰਨੇ ਲੱਗਿਆ। ਮੱਖਣ ਸ਼ਾਹ ਲਵਾਣੇ ਨੂੰ ਬਾਬਾ ਜੀ ਚਰਨਾਂ 'ਚ ਆ। ਉਹ ਫਿਰ ਸਾਰੇ ਕਹਿੰਦੇ ਜੀ ਸੰਗ ਮਾਰ ਕੇ, ਪੱਥਰ ਮਾਰ ਕੇ ਮਾਰ ਦਿਓ, ਖਤਮ ਕਰ। ਉਹਨੂੰ ਸੰਗ ਮਾਰ ਕਹਿੰਦੇ, ਸੰਗ ਨਾਮ ਪੱਥਰ ਦਾ। ਬਾਬੂ ਟਿੱਡੀ ਦਲ ਚੜਿਆ। ਭਾਨਾ ਸ਼ਾਹ ਕਹਿੰਦਾ ਮਹਾਰਾਜ ਆ ਕਿਵੇਂ? ਕਹਿੰਦੇ ਵੀ ਹੁਣ ਗੁਰੂ ਨਾਨਕ ਸਾਹਿਬ ਹੈ ਨਹੀਂ, ਜਿਹਨੇ ਅੱਗੇ ਬੇੜਾ ਬੰਨੇ ਲੈ ਕੇ ਹੁਣ ਨਹੀਂ ਲਾਉਣਗੇ।
बाबा जी ने 2 अखर कहे फिरो एवं जाड़ो बाहें नहीं थले पत्थर बन फिर मिन्नतां कर मूँह च घा लैके माफियां फिर वो यूसुफ खां सूदे तवेले के घोड़े मर गए सब चरना जाके डिगया वो जिहड़ा तवेला सी वो बाबा जी का अज 5 जोता स्थान बनया पेशावर दे विच बाबा जी महाराज कंधार विच भी उन्हों का स्थान है हुण रशिया च साडे सेवादार गए सी जिथे बाकू बर्फ पई रही जितों सिकंदर मुड़ गया उत्थे मंदिर बनया बाबा जी दे रशिया दे विच मिले जिथे मूल मंत्र लिखे हुए पन्ना फिर बाबा जी का फलौर भी धूना हुशियारपुर भी है राजगिरी भी है इस तरह दे लोग भगवान गिर 365 चेला चलिया अपने देवी की यात्रा वो रात फेरिया वो सवेरे उठे एक बीबी चूहे लीड़े वाली झट वो कहता भी बाल ब्रह्मचारी महापुरुषों का स्थान है ये झट जिले पूछया इंगलाजा देवी उदा नाम वो कहती कि मैं इंगलाजा देवी जी की यात्रा चलिया बाबा गुरु नानक पातशाह के साहबजादे के धूने से झाड़ू फेर के मुक्ति ले आई वो फिर बाबा जी का चेला बन गया वो 365 स्थान भगवान गिर ने बाबा जी को दे दिए अज भी अदासी साधुओं को दुआ सूबिया के स्थान है फिर दे लो जड़ा हमाजू सी ये आया कामरा कार खेलदा ये बाबा जी ने इस तरह होर बहुत साखियां उन्होंने हैगियां बड़ा बड़ा इन्हों का इतिहास फिर राणा प्रताप सोच रहा सी जिन्हें सुलह कर ली आनंद लेंदे आ मैं सोच रहा कच्छ दे फिर बाबा जी ने इन्हों का सेवक सी वजीर उन्होंने फिर कहा भी तू गुप्त तौर पर इसकी मदद कर उसने फिर बहुत बोहर दी फिर वो आके उसके विरुद्ध लड़े मतलब राणा प्रताप भी बाबा जी के चरणों का साधक बना शिवाजी मठा का गुरु से रविदास सरबग ये भी बाबा श्री चंद का चेला से रविदास सरबग उधर महाराष्ट्र की बहुत पूजा मतलब बाबा जी का जो प्रचारक यात्रा छोटी नहीं बहुत वड्डी बहुत बड़ा इतिहास क्यों गुरु नानक साहब तो बाद उन्होंने प्रचारक फेरी बहुत वड्डी और बाबा जी दियां करामातां जड़ियां बड़ियां आश्चर्य है उनसे तुम बड़ा लम्मा समा पता सुनिया ही है बाबा जी का इतिहास भी सुनाया वो हुणे बैठिया मन च आया मैं कहा बाबा जी की बाणी नूं मात्रा कहते कि चलो अज इसकी भी व्याख्या कर दईए उत्थे बैठे बैठे उसकी व्याख्या की मात्रा गौरवनासी खेल बचाया आगम ने मंथ बताया तो जपजी साहब के नाल जिहड़े अदासी साधु ने ये मात्रा का पाठ जरूर कर दो तो इस वास्ते पर अज बहुत लोग है ਜਿਹੜੇ ਨਿੰਦਿਆ ਕਰਦੇ ਆ ਬਾਬਾ ਜੀ ਨੇ ਕਹਿਣਾ ਨਹੀਂ ਮੰਨਿਆ ਆਪਣੇ ਝਾਤ ਮਾਰੂ ਤੇ ਅਸੀਂ ਕਿੰਨਾ ਕੁ ਕਹਿਣਾ ਮੰਨਦੇ ਗੱਦੀ ਜਿਹੜੀ ਇੱਕ ਨੂੰ ਮਿਲਣੀ ਜਦੋਂ ਪ੍ਰੀਖਿਆ ਹੋਈ ਆ ਉਹ ਕੱਲੀ ਪੁੱਤਰਾਂ ਦੀ ਨਹੀਂ ਹੋਈ ਸਿੱਖਾਂ ਦੀ ਵੀ ਹੋਈ ਬਾਣੀ ਪੜ੍ਹਦੇ ਨੇ ਸਿੱਖਾਂ ਪੁੱਤਰਾਂ ਭੋਗ ਕੇ ਸਭ ਉਮਤ ਬੇਖੋ ਜਿਕਿਉਂ ਸਿੱਖਾਂ ਦੀ ਵੀ ਪੁੱਤਰਾਂ ਦੀ ਬਾਬਾ ਬੁੱਢਾ ਸਾਹਿਬ ਵੀ ਸੀ ਦੂਜੇ ਵੀ ਸੀ ਇਸ ਇਹ ਤਾਂ ਹੁਣ कास्ते लायक गुरु अंगद साहब कोई इतने आके नहीं बनते दरगाहों जो हुक्म है वही कुछ होना तो इस वास्ते अभी अपनी पीढ़ी थले सोटा मारना नहीं तो महापुरुषों की निंदा करनी शुरू कर तो इस वास्ते फिर गुरु साहब जदों आते सी एक पिछाला एक घोड़ा सारे गुरु साहब उन्होंने संस्कार बाबा बुढ़ा साहब का जो संस्कार होया 6वें पातशाह आप गए 125 साल उम्र थी बाबा जी की ज्यादा हो सकती
रविदास ते बाबा श्री चंद भी उत्ते गए। ते जदों हुण महाराज पंजवें पातशाह ब्याहण गए मौल साहब ते बाबा श्री चंद नाल, मतलब इतिहास बचना नहीं ते इस तरह निंदिया करी जाए। तो बाणी कहती है निंदा भली किसे की ना नहीं, मनमुख मुग्ध करान मोह काले सिन निंदकां नरके घोर पवन। ਉਹਦਾ ਮਹਾਰਾਜ ਦੇ ਸਾਹਿਬਜ਼ਾਦੇ ਹੈ, ਇਹ ਉਹਨਾਂ ਦਾ ਪਰਮ ਪਵਿੱਤਰ ਸਥਾਨ ਹੈ। ਕਿਉਂਕਿ ਪਹਿਲਾਂ ਦਾ ਕਵੀ ਦਰਬਾਰ ਵੀ ਬੜਾ ਬਾਬਾ ਕਰਤਾਰ ਨੂੰ ਕਰਾਉਂਦੇ ਸੀ। ਫਿਰ ਕਦੋਂ ਸਮਾਂ ਮਿਲਿਆ ਉਦੋਂ ਵੀ ਚੱਲਦਾ ਰਿਹਾ। ਕਥਾ ਵੀ 7-8 ਸਾਲ ਲਗਾਤਾਰ ਗੁਰੂ ਗ੍ਰੰਥ ਸਾਹਿਬ ਪੂਰਾ ਗੁਰ ਪ੍ਰਤਾਪ ਸੂਰਜ ਨਾਲ ਪੰਜ ਪਰ ਸਾਰੀਆਂ ਹੋਈਆਂ। ਆ ਸਾਹਮਣੇ ਬੈਠੇ ਹੈ, ਇਹ ਸਾਰੇ ਉਦੋਂ ਧੂਣ ਮੁਨੀ ਹੁੰਦੇ ਸੀ, ਜੋੜੇ ਝਾੜਦੇ ਸੀ। ਇਹ ਜੋੜਿਆਂ ਦੀ ਧੂੜ ਨੇ ਇਹਨਾਂ ਨੂੰ ਸਿੱਖੀ ਦਿੱਤੀ। ਤੇ ਸੰਧੂ ਆ ਗਿਆਨ ਸਿੰਘ ਜੌਲਾਂ ਵਾਲੇ ਮਹਾਂਪੁਰਖ ਆਏ, ਅੰਮ੍ਰਿਤ ਛਕਾਏ ਉਹਨਾਂ। ਸੋ ਇਸ ਵਾਸਤੇ ਹੈ ਹੁਣ ਗਿਆਨੀ ਜੀ ਸ਼ਬਦ ਦਾ ਵੀ ਖੇਪ ਕਰ ਲਈਏ। ਇਤਿਹਾਸ ਤਾਂ ਕਾਫੀ ਲੰਮਾ। ਫਿਰ ਮਮੂਨ ਸਾਹਿਬ ਆ ਪਠਾਨਕੋਟ 'ਚ ਹੀ ਹੈ, ਨਾਲੇ ਫੌਜੀ ਪਾਉਣੇ ਵੀ। ਉੱਥੇ ਬਾਬਾ ਜੀ ਆ ਤੂੰ ਪੀਤੀਆਂ ਕਿਤੇ ਪਾਣੀ ਦੇ ਘੜੇ ਲੈ ਕੇ ਆਏ ਤੇ ਪਾਣੀ ਦੂਰ ਹੁੰਦਾ। ਉਹ ਇੱਕ ਮਟਕੋ ਜਿਹੀ ਬੀਬੀ ਵਿਚਾਰੀ ਹੌਲੀ ਹੌਲੀ ਘੜਾ ਲਈ ਜਾਏ। ਕਹਿੰਦੇ ਬੀਬੀ ਜੀ ਪਾਣੀ ਚਾਹੀਦਾ। ਉਹ ਕਹਿੰਦੀ ਬਾਬਾ ਮਰ ਕੇ ਤਾਂ ਮੈਂ ਨਹੀਂ, ਤੈਨੂੰ ਪਾਣੀ ਕਿੱਥੇ ਦੇ ਘਰ ਦੇ ਅੜੀ ਹੁੰਦਾ ਹੈ, ਮਰ ਕੇ ਤਾਂ ਮੈਂ ਲੈ ਕੇ ਚੱਲੀ। ਤੇ ਬਾਬਾ ਜੀ ਮਹਾਰਾਜ ਨੂੰ ਚਿਮਟਾ ਮਾਰਿਆ ਤੇ ਪਾਣੀ ਨਿਕਲਿਆ। ਉਹ ਸਾਰੀ ਹੈਰਾਨ। ਉਹ ਕਹਿੰਦੇ ਬਾਬਾ ਤੂੰ ਕਰਾਮਾਤੀ ਵੀ ਬੜਾ, ਤੂੰ ਚਿਮਟਾ ਮਾਰ ਕੇ ਪਾਣੀ ਕੱਢਿਆ, ਤੈਨੂੰ ਕਰਾਮਾਤ ਛੁਪਾਉਣੀ ਵੀ ਹੁੰਦੀ। ਉੱਥੇ ਬਾਬਾ ਜੀ ਜੀਆ ਪੋਤੇ ਦੇ ਬ੍ਰਿਕਸ਼ ਦੀ ਦਾਤਣ ਕਰਦੇ ਸੀ। ਉਹ ਦਾਤਣ ਗੱਡੀ ਹੈ, ਅੱਜ ਵੀ ਉਹ ਬ੍ਰਿਕਸ਼ ਹੈ। ਮਮੂਨ ਸਾਹਿਬ ਪਠਾਨਕੋਟ। ਕਹਿਣ ਤੋਂ ਭਾਵ ਇਤਿਹਾਸ ਉਹਨਾਂ ਦਾ ਬਹੁਤ ਵੱਡਾ ਹੈ, ਹੋਰ ਵੀ ਬੜੇ ਸਥਾਨ ਹੈ। ਤੇ ਪਰ ਹੁਣ ਅੱਜ ਕੱਲ੍ਹ ਬਿਮਾਰੀ ਜਿਹੀ ਦਾ ਬੜਾ ਕਲਯੁਗ ਦਾ ਪ੍ਰਭਾਵ ਹੈ। ਕਲਯੁਗ ਕਹਿੰਦਾ ਨਾ ਮੈਂ ਇਹ ਧਰਮ ਕਰਮ ਕੋ ਰਹਿਣ ਨਹੀਂ ਦੇਣਾ। ਜਿਸ ਕਲਯੁਗ ਮੈਂ ਕਰਮ ਨਾ ਕੋਈ ਕਲੀ ਕਾ ਜਨਮ ਕੇ ਡਾਲ ਕੇ ਘਰ ਹੋਈ। ਇਹ ਸਾਰੇ ਕਿਵੇਂ ਕੜੀਆਂ ਬੇੜੀਆਂ ਬਿਨ ਬੰਨ ਕੇ ਬਾਲ ਗਏ, ਸਾਰੀ ਪੜ ਲਈ। ਅੱਗੇ ਕਹਿੰਦੇ ਰੱਬ ਹੈ ਨਹੀਂ ਬਈ, ਹੁਣ ਕਹਿਣ ਲੱਗ ਪਏ ਹੈਗਾ। ਉਹ ਹੁਣ ਉਹ ਦਿਖਾ ਦਿੰਦਾ ਨਾ ਕਈ ਵਾਰੀ ਥੋੜ੍ਹਾ ਬਹੁਤ। ਇਸ ਕਰਕੇ ਇਹਦੇ ਕਰਕੇ ਵੀ ਫਿਰ ਸਮਾਗਮ ਵੱਡੇ ਵੱਡੇ ਤਾਂ ਸੋਚਣੇ ਪੈਂਦੇ ਆ। ਕਿਉਂਕਿ ਹੁਣ ਅਸੀਂ ਸਿੱਖਿਆ ਦੇਣੀ ਆ, ਅਸੀਂ ਨਹੀਂ ਇੱਧਰ ਧਿਆਨ ਦੇਵਾਂਗੇ ਵੀ ਠੀਕ ਨਹੀਂ। ਇਹ ਬਿਮਾਰੀ ਤੋਂ ਬਚਣਾ ਠੀਕ ਹੈ, ਨਿਯਮ ਵਿੱਚ ਰਹਿਣਾ ਉਹ ਵੀ ਠੀਕ ਹੈ। ਆਓ ਸੰਖੇ ਵਿਚਾਰ ਸੁਣੋ ਗੁਰ ਸ਼ਬਦ ਦੀ। ਹਾਂਜੀ, ਵਾਹਿਗੁਰੂ ਸਾਹਿਬ ਜੀ। ਨਾਸਰੀ ਮਹੱਲਾ ਪੰਜਵਾ। ਸ੍ਰੀ ਰਾਗ ਪੰਜਵੇਂ। ਸਤਿਗੁਰੂ ਜੀ ਔਖੀ ਘੜੀ ਨਾ ਦੇਖਣ ਦੇਈ। ਮਹਾਰਾਜ ਹੁਣ ਤਾਂ ਔਖੀ ਘੜੀ ਬਹੁਤ ਬਣੀ ਹੋਣ। ਆ ਕਰੋਨਾ ਪਹਿਲਵਾਨ ਨਾ ਇਹਦਾ ਮੂੰਹ ਸਿਰਿਆ ਨਾ ਲੱਤ ਬੰਦੀ ਦੀ ਹੈ। ਚਲੋ ਧੌਲ ਕਿੱਡੀ ਵੱਡੀ ਹੈ ਜੀ। ਇਹ ਪਾਤਸ਼ਾਹ ਕਿਰਪਾ ਕਰੋ, ਔਖੀਆਂ ਘੜੀਆਂ ਨਾ ਦੇਖਣ ਦਿਓ। ਆਪਣਾ ਬਿਰਦ ਸੰਭਾਲੇ। ਆਪਣੇ ਬਿਰਦ ਧਰਮ ਦੀ ਸੰਭਾਲ ਕਰਕੇ ਸਾਰੇ ਜੀਅ ਤੇਰੇ ਆ, ਇਹਨਾਂ ਦੀ ਰੱਖਿਆ ਕਰੋ। ਅੱਜ ਅਖਬਾਰ ਵਾਲੇ ਨੇ ਦਿੱਤਾ ਇੰਡੀਆ ਹੁਣ ਪਹਿਲੇ ਨੰਬਰ 'ਚ ਆ ਗਿਆ, ਅਮਰੀਕਾ ਨੂੰ ਪਿੱਛੇ ਛੱਡ ਗਿਆ। ਕੇਸ ਬਹੁਤ ਵਧੀ ਜਾਂਦੇ ਆ ਕਿਉਂਕਿ ਇਹ ਫਸਟ ਨੰਬਰ 'ਚ ਆ ਗਿਆ ਨਾ। ਇਸ ਵਾਰ ਆਪਾਂ ਪਰਹੇਜ਼ ਨਹੀਂ ਨਾ ਕਰਦੇ, ਲਾਪਰਵਾਹੀ ਬਹੁਤ ਕਰਦੇ ਹਾਂ। ਪਰਹੇਜ਼ ਕਰਨਾ ਚਾਹੀਦਾ, ਨਿਯਮ ਵਿੱਚ ਰਹਿਣਾ ਚਾਹੀਦਾ। ਇਸ ਵਾਸਤੇ ਮਹਾਰਾਜ ਆਪ ਕਿਰਪਾ ਕਰੋ ਕਿ ਔਖੀਆਂ ਘੜੀਆਂ ਤੋਂ ਬਚਾਓ ਤੇ ਹੱਥ ਦੇ ਕੇ ਮਿਹਰ ਦਾ ਰੱਖਿਆ ਕਰੋ। ਹਾਥ ਦੇ ਰਾਖੈ ਆਪਣੇ ਕੋ। ਮਹਾਰਾਜ ਮਾੜਿਆਂ ਚੰਗਿਆਂ ਫਿਰ ਵੀ ਤੇਰੇ ਆ, ਕਿਰਪਾ ਕਰਕੇ ਮਿਹਰ ਦਾ ਹੱਥ ਆਸ਼ੀਰਵਾਦ ਦਾ ਦੇ ਕੇ ਰੱਖਿਆ ਕਰੋ। ਸਾਸੇ ਸਾਸ ਪ੍ਰਤਿਪਾਲੇ। ਤੁਸੀਂ ਸਾਥ ਸਾਥ ਸਾਰਿਆਂ ਦੀ ਪ੍ਰਤਿਪਾਲਣਾ ਕਰਦੇ ਹੋ। ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ। ਆਪ ਕਿਰਪਾ ਕਰੋ ਸਾਡੇ ਚਿੱਤ ਦੀ ਵਿਰਤੀ ਤੁਹਾਡੇ ਚਰਨਾਂ ਨਾਲ ਲੱਗੀ ਰਹੇ, ਜੁੜੀ ਰਹੇ। ਆਦ ਅੰਤ ਪ੍ਰਭ ਸਦਾ ਸਹਾਈ। ਆਦ ਅੰਤ ਸਦਾ ਹੀ ਸਹਾਈ।
ਬਾਬਾ ਸ੍ਰੀ ਚੰਦ ਕੋ ਆਏ, ਮਹਾਰਾਜ ਕੋਈ ਸਿੱਖਿਆ ਦਿਓ। ਕਹਿੰਦੇ ਅੰਨੇ ਹੋ ਜਾਓ। ਕਹਿੰਦੇ ਮਹਾਰਾਜ ਸ਼ਰਾਪ ਦੀ ਜਾਂਦੇ, ਡੁੱਡੇ ਹੋ ਜਾਓ, ਪਿੰਗਲੇ ਹੋ ਜਾਓ, ਗੋਲੇ ਹੋ ਜਾਓ, ਗੁੰਗੇ ਹੋ ਜਾਓ। ਮਹਾਰਾਜ ਸਾਰਾ ਹੀ ਕਰੜੇ ਵਿੱਚ। ਕਹਿੰਦੇ ਨੇ ਅੰਨੇ ਦਾ ਮਤਲਬ ਹੀ ਨਾ ਅੱਖਾਂ ਨਾਲ ਪਰਾਇਆ ਰੂਪ ਨਾ ਦੇਖੋ, ਕੰਨਾਂ ਨਾਲ ਨਿੰਦਾ ਨਾ ਸੁਣੋ, ਜ਼ੁਬਾਨ ਨਾਲ ਝੂਠ ਨਾ ਬੋਲੋ, ਹੱਥਾਂ ਨਾਲ ਚੋਰੀ ਨਾ ਕਰੋ, ਪੈਰਾਂ ਨਾਲ ਕੁਮਾਰਗ ਨਾ ਕਰੋ। क्योंकि संतन की बात बात में बात यूं केले के बात बात में। ये शिक्षा देखो महापुरुषों के वचन बड़े अलौकिक होंगे। पढ़ो फिर। आद अंत प्रभु सदा सहाई। आद मद ते अंत ਜਿਹੜਾ ਉਹਦਾ ਦਾਸ ਬਣ ਜਾਂਦਾ, ਉਹਨਾਂ ਦੇ ਸਦਾ ਹੀ ਸਹਾਇਕ ਹੁੰਦੇ ਹਨ। ਧੰਨ ਹਮਾਰਾ ਮੀਤ। ਸਤਿਗੁਰੂ ਰੂਪੀ ਮਿੱਤਰ ਜਿਹੜੇ ਧੰਨ ਸਾਜ ਹੋ ਗਏ। ਬਾਕੀ ਤਾਂ ਸਾਥ ਛੱਡ ਜਾਂਦੇ ਨੇ, ਜੋ ਚੁੱਕੇ ਬੁਣ ਕੇ ਗਏ, ਭਾਗ ਗਏ ਤੇ ਸੁਣ ਕੇ ਗਏ, ਜਿਹਦੇ ਸ਼ਗਨ ਚੁਕਾਉਣ ਵਾਲੇ ਹੁੰਦੇ ਨੇ। ਪਰ ਸਤਿਗੁਰੂ ਕੈਸੇ ਹੈ, ਉਹ ਮਰਨ ਤੋਂ ਬਾਅਦ ਵੀ ਦੀ ਬਾਂਹ ਫੜਦੇ, ਸਹਾਇਤਾ ਕਰਦੇ, ਇਸ ਲੋਕ 'ਚ ਵੀ ਪਰਲੋਕ 'ਚ ਵੀ। ਆਦਾਂ ਤੋਂ ਸਦਾ ਸਹਾਈ ਹਨ। ਰਹਾਉ ਰਾਮ ਦੇ ਕੇ ਪਾਤਸ਼ਾਹ ਜੀ ਮਿਹਰ ਕਰਦੇ ਹਨ। ਮਨ ਬਿਲਾਸ ਭਏ ਸਾਹਿਬ ਕੇ। ਸਾਹਿਬ ਦੇ ਗੁਣ ਗਾਈਏ ਮਨ ਬਿਲਾਸ। ਖੁਸ਼ੀਆਂ ਆਉਂਦੀਆਂ, ਟੈਲੀਵਿਜ਼ਨਾਂ, ਨਾਚ ਮੁਜਰੇ, ਰਸਾਂ ਰੂਸਾਂ, ਨਕਲਾਂ ਸ਼ਕਲਾਂ, ਭੰਗੜਿਆਂ ਭੁੰਗੜਿਆਂ 'ਚ ਭਾਲਦੇ ਆ। ਇਹ ਤਾਂ ਸਾਰੀਆਂ ਖੁਸ਼ੀਆਂ ਨੇ, ਗਮੀਆਂ ਪੈਦਾ ਕਰਨ। ਖੁਸ਼ੀ ਦਾ ਨਾਮ ਬਾਣੀ ਸੇਵਾ ਸਿਮਰਨ ਸਤਸੰਗ ਵਿੱਚ ਹੈ। ਇਸ ਵਾਸਤੇ ਜਦੋਂ ਤੇਰੇ ਚਰਨਾਂ ਨਾਲ ਜੁੜੀਏ, ਇਹ ਬਿਲਾਸ ਆਨੰਦ ਆਨੰਦ, ਖੁਸ਼ੀਆਂ ਖੁਸ਼ੀਆਂ ਹਨ। ਅਚਰਜ ਦੇਖ ਵਡਾਈ। ਤੇਰੀ ਵਡਿਆਈ ਦੇਖ ਕੇ ਅਚਰਜ ਹੋ ਜਾਂਦਾ ਹੈ। ਐਸੇ ਐਸੇ ਕੌਤਕ ਕਰ ਦਿੰਦੇ ਆ, ਉੱਥੇ ਸਾਇੰਸਦਾਨਾਂ ਦੇ ਮੂੰਹ ਵੀ ਜੰਦਾ ਲੱਗਦਾ। ਇਹ ਕਿਵੇਂ ਹੋ ਗਿਆ? ਬਸ ਹੋ ਗਿਆ, ਕਰਨ ਵਾਲੇ ਨੇ ਕਰਾ ਲਿਆ, ਉਹ ਕਰ ਦਿੰਦਾ। ਕਿਉਂਕਿ ਉਹਦੀ ਬਰਕਤ ਜਿਹੜੀ ਹੈ ਐਸੀ ਆ। ਜਦੋਂ ਮਲਤਾਨ ਵਿੱਚ ਗਏ, ਉਹ ਹਰੀਆਣਾ ਦਾ ਮੁੰਡਾ ਡੁੱਡਾ ਪਿੰਗਲਾ, ਉਹਨੂੰ ਚਰਾਤੇ ਹੀ ਬਹਾਲ ਜਾਣਾ। ਬਸਾਦਨ ਮੰਗੀ ਚੱਲ, ਸ਼ਾਮ ਨੂੰ ਪੈਸੇ 4 ਇਕੱਠੇ ਹੋਣੇ, ਟੋਕੇ ਲੈ ਜਾਣਾ। ਕਹਿੰਦੇ ਇੱਥੇ ਬੈਠਾ ਮਹਾਰਾਜ ਐਸੋ। ਉਹ ਝੋਲੇ 'ਚੋਂ ਭੂਤਾ ਕੱਢਿਆ, ਮਲਤਾ ਰਾਜੀ ਬਾਜੀ, ਉਹ ਦੜੰਗੇ ਮਾਰਦਾ ਗਿਆ। ਕਹਿੰਦੇ ਤੂੰ ਤਾਂ ਫਲਾਣੇ ਹਰੀਜਨ ਦਾ ਮੁੰਡਾ ਸੀ, ਇਹ ਕਿਵੇਂ? ਕਹਿੰਦੇ ਬਾਹਰ ਮਹਾਂਪੁਰਖ ਆਏ, ਉਹਨਾਂ ਨੇ ਕਿਰਪਾ ਕੀਤੀ। ਬਾਅਦ ਦੁਨੀਆ ਦਾ ਫਿਰ ਦੌੜ ਪਈ। ਹਰਿਆਣੇ 'ਚ ਇੱਕ ਅੰਗ ਲਾਉਣ ਵਾਲਾ ਸੀ, ਲੋਕ ਬੜੇ ਜਾਂਦੇ ਹੁੰਦੇ ਸੀ। ਕਈਆਂ ਤੋਂ ਤਾਂ ਰੇਲ 'ਤੇ ਚੜ੍ਹਨਾ ਹੋਇਆ, ਅਗਲੀ ਲੱਤਾਂ ਵੀ ਕਢਾ ਕੇ ਆ ਗਏ। ਪਰ ਇਹ ਸੀ ਬਾਬਾ ਸ੍ਰੀ ਚੰਦ ਜੀ ਮਹਾਰਾਜ। ਇਹ ਬਸ ਕੋਈ ਦਹੀਂ, ਉਹ ਦੁੱਧ, ਫਲ ਫਰੂਟ, ਕਹਿੰਦੇ ਅਸੀਂ ਕਰਨਾ, ਅਸੀਂ ਤਾਂ ਨਿਰਵਾਣ ਫਕੀਰਿਆਂ। ਗੁਰੂ ਨਾਨਕ ਸਾਹਿਬ ਦਾ ਹੁਕਮ ਲੰਗਰ ਲਾਉਣਾ, ਅੱਲਾ ਜੋ ਪੜਾਰਾ। ਇਸ ਕਰਕੇ ਉਹਨਾਂ ਦੇ ਐਸੇ ਐਸੇ ਚੋਜ ਹਨ। ਮਨ ਬਿਲਾਸ ਭਏ ਸਾਹਿਬ ਕੇ। ਸਾਹਿਬ ਜਾਂ ਸਾਹਿਬ ਦੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਦੇ ਬਚਨ ਸੁਣ ਕੇ ਮਨ ਨੂੰ ਬੜੀਆਂ ਖੁਸ਼ੀਆਂ, ਆਨੰਦ ਮਿਲਦਾ ਹੈ। ਜੇ ਸੇਵਾ ਸਿਮਰਨ ਕਰੀਏ, ਅੱਜ ਉਹਨਾਂ ਦਾ ਸਥਾਨ ਆ। ਸ਼ਹਿਰ ਵਾਲਿਓ, ਇਲਾਕੇ ਵਾਲਿਓ ਕਰੋਗੇ, ਬਰਕਤ ਮਿਲੇਗੀ। ਅੱਜ ਵੀ ਉਹਨਾਂ ਦੀ ਕਲਾ ਪ੍ਰਤੱਖ ਹੈ, ਭਾਵਨਾ ਦੀ ਸਾਰੀ ਗੱਲ ਹੈ। ਇਸ ਕਰਕੇ ਇਹਦੇ ਖੁਸ਼ੀਆਂ ਮਿਲਦੀਆਂ ਹਨ। ਅਚਰਜ ਦੇਖ ਵਡਾਈ। ਜਦੋਂ ਐਸੇ ਕੌਤਕ ਹੁੰਦੇ ਆ, ਇਹ ਦੇਖ ਕੇ ਮਨ ਅਚਰਜ ਹੁੰਦਾ, ਵਡਿਆਈ ਕਮਾਲ ਆ, ਇਹ ਕਿਵੇਂ ਹੋ ਗਿਆ? ਪਰ ਬਰਕਤ ਵਾਲੇ ਸਭ ਕੁਝ ਕਰ ਕਰਾ ਸਕਦੇ ਹਨ। ਆਦ ਸਿਮਰ ਸਿਮਰ ਆਨੰਦ ਕਰ ਨਾਨਕ। ਇਸ ਕਰਕੇ ਸਦਾ ਸਿਮਰਨ ਕਰਕੇ ਆਨੰਦ ਕਰੋ ਤੇ ਖੁਸ਼ੀਆਂ ਪ੍ਰਾਪਤ ਕਰਨਾ ਕਰੋ। ਪ੍ਰਭ ਪੂਰਨ ਪੈਜ ਰਖਾਈ। ਜਿਹੜਾ ਉਹਦਾ ਦਾਸ ਬਣ ਜਾਂਦਾ, ਪੂਰਨ ਤੌਰ ਤੇ ਉਹਦੀ ਲਾਜ ਰੱਖ, ਸਿੱਧ ਆ ਗਿਆ ਇਕੱਠੇ ਹੋ ਕੇ। ਤੇ ਗੁਰੂ ਨਾਨਕ ਸਾਹਿਬ ਨੂੰ ਤਾਂ ਅਸੀਂ ਹਰਾ ਨਹੀਂ ਸਕੇ, ਉਹਨਾਂ ਦੇ ਪੁੱਤਰ ਨਾ ਕਰੀ। ਜਿਹੜੇ ਆ ਕੇ ਪ੍ਰਸ਼ਨ ਕੀਤੇ, ਉਹਨਾਂ ਨੇ ਬਹੁਤ ਆ ਫਲਾਨੀ ਫਲਾਨੀ ਆੜਬੰਦ ਕੀ ਹੈ, ਫਲਾਨਾ ਤੇ ਮਗੜਾ ਕੀ ਹੈ। ਉਦੋਂ ਫਿਰ ਮਾਤਰਾ ਬਾਣੀ ਦਾ ਉਹਨਾਂ ਨੇ ਉਪਦੇਸ਼ ਦੇ ਕੇ ਉਹ ਜਿਹੜੇ ਸਿੱਧ ਸੀ, ਉਹਨਾਂ ਦੇ ਸ਼ੌਕੇ ਵਗੈਰਾ ਬਾਬਾ ਜੀ ਮਹਾਰਾਜ ਜੀ ਨੇ ਨਿਵਰਤ ਕੀਤੇ ਸੀ। ਇਸ ਵਾਸਤੇ ਆਦਿ ਤੋਂ ਸਦਾ ਸਹਾਇਕ ਹੁੰਦੇ ਹਨ। ਮਨ ਬਿਲਾਸ ਭਏ ਸਾਹਿਬ ਕੇ। ਅਚਰਜ ਦੇਖ ਵਡਾਈ। ਹਰ ਸਿਮਰ ਸਿਮਰ
ਆਨੰਦ ਕਰ ਨਾਨਕ। ਜਿਹੜੇ ਮਨ ਬਾਣੀ ਸਰੀਰ ਕਰਕੇ ਸਿਮਰਨ ਕਰਦੇ ਆ ਉਹਨਾਂ ਨੂੰ ਆਨੰਦ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਔਰ ਕਿਉਂਕਿ ਸਾਰੀ ਬਰਕਤ ਇਹਦੇ ਵਿੱਚ ਇਹ ਹੈ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਧ ਸਾਧ ਸੰਭਾਲੇ ਜੋਗ ਕਰੋ ਸੰਗ ਸਹਾਈ, ਜਦ ਕਤ ਮੋਹੇ ਰਖਵਾਲੇ ਹੈ। ਪ੍ਰਭ ਪੂਰਨ ਪੈਜ ਰਖਾਈ। ਪੂਰਨ ਤੌਰ ਤੇ ਉਹਨਾਂ ਦੀ ਪੈਜ ਲਾਜ ਰੱਖਦੇ ਆ। ਜਿਹੜਾ ਉਹਨਾਂ ਦਾ ਦਾਸ ਬਣ ਜਾਂਦਾ, ਕਿਰਪਾ ਕਰਦੇ। ਇੱਕ ਵਾਰੀ ਕੋਈ ਇਹੋ ਜਿਹਾ ਉਹ ਚੰਨ ਸਜਾ ਹੋ ਗਿਆ ਤੇ ਉਹ ਕਹਿਣ ਕਿਵੇਂ, ਮੈਂ ਕਿਹਾ ਬਾਬਾ ਸ੍ਰੀ ਚੰਦ ਜੀ ਮਹਾਰਾਜ ਸੁਪਨੇ ਜਾਏ ਸੀ ਤੇ ਮੋਰਚਾ ਫਤਿਹ ਹੋ ਗਿਆ। ਬਸ ਜਾਂਦੇ ਮੋਰਚਾ ਫਤਿਹ, ਗਏ ਨਹੀਂ ਕਿਤੇ। ਹਰ ਵੇਲੇ ਹਾਜ਼ਰ ਨਾਜ਼ਰ ਹੈ। ਨਾਨਕ ਦਾ ਸ੍ਰੀ ਚੰਦ ਬੋਲਿਆ, ਬਸ ਸਤਿ ਕਰੇ ਨਾ ਡੋਲੇ। ਇਸ ਵਾਸਤੇ ਉਹਨਾਂ ਨੇ ਪੰਜਾਂ ਵਕਾਰਾਂ ਨੂੰ ਜਿੱਤਿਆ ਸੀ। ਬਾਲ ਕਰਮਚਾਰੀ ਸੀ, ਜਿਨ ਮਿਲ ਮਾਰੇ ਪੰਜ ਸੂਰਵੀਰ, ਐਸੋ ਕੌਣ ਬਲੀ, ਜਿਨ ਪੰਜ ਮਾਰ ਗਦਾਰ ਗਦਾਰੇ, ਸੋ ਪੂਰਾ ਇਸ ਕਲੀ। ਕਲਯੁਗ ਜੋ ਪੂਰਾ ਜਿਨ੍ਹਾਂ ਨੇ ਪੰਜਾਂ ਨੂੰ ਨੱਚਿਆ। ਤੇ ਜਿਹੜੇ ਕੰਮ ਕਰੋ ਤੇ ਕੀੜੇ ਆ ਉਹ ਨਿੰਦਿਆ ਕਰਦੇ, ਆਪਣੇ ਵੱਲ ਝਾਤ ਮਾਰਨ ਤੇ ਸਾਡੇ ਅੰਦਰ ਸੱਪਾਂ ਨੂੰ ਬੈਠੇ ਆ। ਉਹਨੀ ਤਾਂ ਇਹਨਾਂ ਪੰਜਾਂ ਵਕਾਰਾਂ ਨੂੰ ਕਿਵੇਂ ਕਾਬੂ ਕੀਤਾ ਹੋਇਆ ਸੀ, ਜਿੱਤਿਆ ਹੋਇਆ ਸੀ। ਸੋ ਇਸ ਵਾਸਤੇ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ, ਸਮਤ ਬਖਸ਼ਿਸ਼ ਕਰਨ। ਕਿਉਂਕਿ ਸੰਪਰਦਾ ਬਹੁਤ ਵੱਡੀ ਸੀ। ਜੇ ਇੱਕ ਨੇ ਗਲਤੀ ਕੀਤੀ ਹੈ ਥੋੜ੍ਹੀ ਜਿਹੀ ਸਾਰਿਆਂ ਨੂੰ ਅਸੀਂ ਤੋੜਨਾ ਸਿੱਖਿਆ, ਜੋੜਨਾ। ਜੇ ਜੋੜਨਾ ਸਿੱਖਦੇ, ਸਿੱਖਾਂ ਦੀਆਂ ਬਹੁਤ ਸੰਪਰਦਾ ਜਿਹੜੀਆਂ ਉਹ ਧੁਰੇ ਤੋਂ ਪਰੇ ਚਲੇ ਗਈਆਂ। ਉਹਨਾਂ ਨੂੰ ਕਰਦੇ ਦੁਆ ਸੂਬਿਆਂ ਵਿੱਚ ਗੁਰੂ ਨਾਨਕ ਸਾਹਿਬ ਦੀ ਸਿੱਖੀ ਕਿਵੇਂ ਵੱਧਦੀ ਫੁੱਲਦੀ ਫੈਲਦੀ ਸੀ। ਲੋੜ ਇਹੀ ਹੈ ਕਿ ਅੱਜ ਵੀ ਤੇ ਜਿੰਨੀਆਂ ਪੰਥ ਦੀਆਂ ਸ਼ਾਖਾਂ ਹੈਗੀਆਂ ਉਹ ਸਾਰੀਆਂ ਇਕੱਠੀਆਂ ਰਹਿਣ। ਇਹ ਸਿੱਖੀ ਦਾ ਬ੍ਰਿਕਸ਼ ਹਰਾ ਭਰਾ ਪ੍ਰਫੁੱਲਤ ਰਹੇ, ਫਲਦਾਈ ਬਣੇ। ਜਿਹੜੇ ਦਰਖਤ ਦੀ ਆਹ ਟਾਹਣੀ ਮਾੜੀ, ਆਹ ਕੱਟ ਦਿਓ, ਆਹ ਕੱਟ ਦਿਓ, ਫਿਰ ਤੋਂ ਟੂਟ ਰਹਿ ਜਾਣਾ, ਨਾ ਛਾਂ ਰਹਿਣੀ, ਨਾ ਕੋਈ ਫਲ ਫੁੱਲ ਲੱਗਣਾ। ਪਰ ਸਾਡੀ ਆਸ ਨੂੰ ਇਹ ਹੈ ਇੱਕ ਦੂਏ ਦਾ ਬਸ ਐਸਾ। ਸੋ ਇਸ ਵਾਸਤੇ ਗੁਰਪੁਰਬ ਮਨਾਉਣ ਦਾ ਜਾਂ ਘਰਾਂ 'ਚ ਲੈ ਲਓ, ਪਰਿਵਾਰਾਂ ਜਥੇਬੰਦੀਆਂ 'ਚ ਲੈ ਲਓ, ਅਤੇ ਗੁਰੂ ਘਰ ਦਾ ਜਿਹੜਾ ਸਿਧਾਂਤ ਉਹ ਇਹ ਹੀ ਹੈ ਕਿ ਆਪਾਂ ਭਾਵ ਹੈ ਖਰਚਾ ਰਲ ਮਿਲ ਭਾਈ, ਕੋਟ ਨਾ ਆਵੇ ਬਸ। ਇਸ ਤਰ੍ਹਾਂ ਰਲ ਮਿਲ ਕੇ ਚੱਲੀਏ। ਅਤੇ ਅੱਜ ਅਸੀਂ ਆਪੋ ਆਪਣੇ ਦਿਖਾਵੇ ਵਾਸਤੇ ਤਾਂ ਬਹੁਤ ਕੁਛ ਕਰਦੇ ਹਾਂ, ਪਰ ਜਿਨ੍ਹਾਂ ਨੇ ਕੁਝ ਕੀਤਾ ਉਹਨਾਂ ਦਾ ਨਾਂ ਲੈਣਾ ਅਸੀਂ ਛੱਡੀ ਜਾਂਦੇ। ਪਰ ਬਰਕਤ ਉਹਨਾਂ ਤੋਂ ਮਿਲਣੀ ਹੈ ਨਾ। ਅਤੇ ਜੇ ਆਪ ਮੂਹਰੇ ਹੋ ਜਾਵਾਂਗੇ ਤਾਂ ਬਰਕਤ ਕਿੱਥੋਂ ਮਿਲਣੀ? ਕਿਉਂਕਿ ਮਹਾਜਨ ਨੂੰ ਜਿਨ ਕਥਾ ਸਭ ਹਾਂਜੀ ਬਿਰਦਾ ਮਾਰੇ ਜੋ ਪੈ ਨੀਕੇਗਾ। ਪੰਡਤ ਗੁਲਾਬ ਸਿੰਘ ਕਹਿੰਦੇ ਮੋਕਸ਼ ਜਿੱਧਰ ਸਾਡੇ ਬਜ਼ੁਰਗ ਹੈ ਉਸ ਰਸਤੇ 'ਤੇ ਤੁਰੇ ਚਲੋ ਅਤੇ ਮਜਲ ਮੁਕਾਮ ਮਿਲ ਜਾਏਗਾ। ਜਿਹੜੇ ਉਹ ਰਸਤਾ ਛੱਡ ਕੇ ਗੁਰਮਤਿ ਗਾਡੀ ਦਾ ਪੱਗ ਡੰਡੀਆਂ ਪਵਾਂਗੇ ਅਤੇ ਧੱਕੇ ਧੱਕੇ ਅੱਜ ਸੰਸਾਰਿਓਂ ਹੀ ਤੁਰਿਆ। ਇਸ ਵਾਸਤੇ ਅੱਜ ਬਾਬਾ ਸ੍ਰੀ ਚੰਦ ਜੀ ਮਹਾਰਾਜ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ, ਬਾਲ ਬ੍ਰਹਮਚਾਰੀ ਧੰਨ ਉਹਨਾਂ। ਹੁਣ ਅਸੀਂ ਕਹਿੰਦੇ ਲਵੇ ਗ੍ਰਸਤ ਭਾਈ ਗੁਰਦਾਸ ਆਪ ਬ੍ਰਹਮਚਾਰੀ ਰਿਹਾ, ਉਹਨੇ ਮਹਿਮਾ ਲਿਖੀ। ਮਹਾਰਾਜ ਨੇ ਦੋਨਾਂ ਨੂੰ ਪ੍ਰਵਾਨਗੀ ਦਿੱਤੀ ਹੈ, ਗ੍ਰਸਤ ਅਦਾਸੀ ਦੋਵੇਂ ਪ੍ਰਵਾਨ। ਦਸਮ ਪਾਤਸ਼ਾਹ ਨੇ ਚਾਰੇ ਸਾਹਿਬਜ਼ਾਦੇ ਬ੍ਰਹਮਚਾਰੀ ਕੌਮ ਤੇ ਸ਼ਹੀਦ ਕਰਾ ਦਿੱਤੇ। ਔਰ ਇਸੇ ਤਰ੍ਹਾਂ ਗੁਰੂ ਘਰ ਜਿਹੜਾ ਦਾਸੂ ਹੈ ਉਹ ਬਾਬਾ ਸ੍ਰੀ ਚੰਦ ਦਾ ਚੇਲਾ, ਮੋਹਨ ਸ੍ਰੀ ਚੰਦ ਦਾ ਚੇਲਾ। ਫਿਰ ਅੱਗੇ ਲੈ ਲਓ ਬਾਬਾ ਗੁਰਦਿੱਤਾ ਸਾਹਿਬ, ਬਾਬੇ ਗੁਰਦਿੱਤੇ ਦੇ 4 ਧੂਣੇ ਆ, ਬਾਲੂ ਹਸਨਾ, ਫੂਲ ਸਾਹਿਬ, ਗੋਇੰਦ ਸਾਹਿਬ, ਅਲਮਸ। ਫਿਰ 10 ਬਖਸ਼ਿਸ਼ਾਂ ਹੈਗੀਆਂ। ਇਸ ਕਰਕੇ ਇਹਦਾ ਬਹੁਤ ਵੱਡਾ ਵਿਸਥਾਰ ਹੈ। ਪਰ ਅਸੀਂ ਉਹ ਗ੍ਰੰਥ ਪੜ੍ਹਨੇ ਪੜ੍ਹਾਉਣੇ ਨਹੀਂ। ਫਿਰ ਪਰ ਰਸਾਲੇ ਜਾਂ ਪੜ੍ਹ ਲੈ ਜਾਂ ਅਖਬਾਰੀ ਲੇਖ ਪੜ੍ਹ ਲੈ। ਅਤੇ ਜੇ ਤਾਂ ਹੁਣ ਪੜ੍ਹੋ ਪੜ੍ਹਾਓ ਗ੍ਰੰਥਾਂ ਨੂੰ ਫਿਰ ਤਾਂ ਪਤਾ ਲੱਗੇ ਕਿ ਮਹਾਂਪੁਰਖਾਂ ਦੇ ਜੀਵਨ ਕਿਆ ਹੈ, ਕਿਸ ਤਰ੍ਹਾਂ ਉਹਨਾਂ ਨੇ ਸਾਧਨਾ ਸਾਡੀਆਂ ਕਮਾਈਆਂ ਕੀਤੀ। ਸੋ ਇਸ ਵਾਸਤੇ ਅੱਜ ਬਾਬਾ ਸ੍ਰੀ ਚੰਦ ਜੀ ਮਹਾਰਾਜ, ਕਿਉਂਕਿ ਮਾਤਾ ਸੁਲੱਖਣੀ ਜੀ
ਜਗਤ ਮਾਤਾ ਸਤਿਕਾਰਯੋਗ ਬੇਬੇ ਨਾਨਕੀ, ਉਹਨਾਂ ਦੇ ਘਰ ਵਧਾਈਆਂ ਵੰਡੀਆਂ ਜਾਂਦੀਆਂ ਨੇ। ਅੱਜ ਕੱਲ੍ਹ ਜੰਮਦੇ ਆ ਨਾਂ ਤਾਂ ਆਪਾਂ ਵੱਡੇ ਵੱਡੇ ਰੱਖ ਲੈਂਦੇ ਹਾਂ ਮੁੰਡੇ ਕੁੜੀਆਂ ਦੇ, ਪਰ ਵਧਾਈ ਤਾਂ ਵੀ ਉਹਦੀ ਹੈ ਜਿਹਨੂੰ ਕੋਈ ਵਧਾਈ ਵਾਲਾ ਕੰਮ ਕੀਤਾ ਹੋਵੇ। ਜੇ ਪੀ ਕੇ ਸ਼ਰਾਬਾਂ ਜਾਂ ਪੁੱਠੇ ਸਿੱਧੇ ਕੰਮ ਕਰਨੇ ਤੇ ਵਧਾਈਆਂ ਕਾਹਦੀਆਂ। ਜਨਮ ਦਿਨ ਤਾਂ ਉਹਨਾਂ ਦੇ ਆਪੋ ਆਪਣੇ ਮੁੰਡੇ ਕੁੜੀਆਂ ਦਾ ਜਨਮ ਦਿਨ ਮਨਾਉਂਦੇ ਆ। ਬਾਬਾ ਜੀ ਦਾ ਜਨਮ ਦਿਨ ਇਹ ਤਾਂ ਅਲੌਕਿਕ ਹੈ, ਕਿਉਂਕਿ ਬੇਬੇ ਨਾਨਕੀ ਜੀ ਦੀ ਬੇਨਤੀ ਤੋਂ ਹੀ ਬਾਬਾ ਸ੍ਰੀ ਚੰਦ ਜੀ ਮਹਾਰਾਜ, ਬਾਬਾ ਲక్ష్ਮੀ ਦਾਸ ਇਸ ਸੰਸਾਰ ਤੇ ਆਏ। ਉਹ ਮਹਾਨ ਸ਼ਖਸੀਅਤਾਂ ਹੈ, ਕਿਉਂਕਿ ਬੇਬੇ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ ਮੇਰੀ ਕੋਈ ਮੰਗ ਨਹੀਂ, ਮੈਂ ਚਾਹੁੰਦੀ ਤੁਹਾਡਾ ਬਾਗ ਪਰਿਵਾਰ ਵਧੇ ਫੁੱਲੇ ਫੈਲੇ। ਇਹਦਾ ਨਾਮ ਗੁਰੂ ਕਾ ਬਾਗ ਤਾਂ ਹੈ, ਗੁਰੂ ਕਾ ਬਾਗ ਬਗੀਚਾ। ਗੁਰੂ ਦੇ ਸਾਹਿਬਜ਼ਾਦੇ ਕਹਿੰਦੇ ਨਾ ਫਲਾਣੇ ਦਾ ਬਾਗ ਪਰਿਵਾਰ, ਤਾਂ ਇਹਦਾ ਨਾਮ ਗੁਰੂ ਕਾ ਬਾਗ। ਇਸ ਵਾਸਤੇ ਇਹ ਘਰ ਬੇਬੇ ਨਾਨਕੀ ਦਾ, ਇਹ ਬਾਬੇ ਨਾਨਕ। ਇਸ ਵਾਸਤੇ ਇੱਥੇ ਸਾਰੀਆਂ ਬਖਸ਼ਾਂ ਜਿਹੜੀਆਂ ਅੱਜ ਵੀ ਕਿੰਨਿਆਂ ਮਹਾਂਪੁਰਖਾਂ ਦੇ ਚਰਨ ਪਏ। ਪਹਿਲਾ ਇਹ ਸਥਾਨ ਇਹ ਬੇਬੇ ਜੀ ਜਿਹੜੇ ਜਲ ਨਾਲ ਨਗਰ ਪਾਣੀ ਬਣਾਉਂਦੇ ਰਹੇ, ਉਹ ਕੋਈ ਵੀ ਹੈ। ਉਹ ਇਸ ਸਥਾਨ ਸਮੇਂ ਸਮੇਂ ਨਾਲ ਬਣਦੇ ਰਹਿੰਦੇ। ਕਿੰਨਾ ਸੋਹਣਾ ਸਥਾਨ ਕਥਾ ਕੀਰਤਨ ਜਿਸ ਨੇ ਤੇ ਰਾਗੀ ਸਿੰਘ ਗੁਰੂ ਕੀਰਤਨ ਕਰਦੇ ਆ, ਰਮਤੀ ਸਿੰਘ, ਸਾਰੇ ਸੇਵਾਦਾਰ ਤੇ ਸਾਰੇ ਪ੍ਰਬੰਧਕ ਬੇਟੀ, ਸਾਰੀਆਂ ਸ਼ਹਿਰ ਦੀਆਂ ਸੰਗਤਾਂ ਦਾ ਜਾਂ ਸੋਸਾਇਟੀ ਜਿਹੜੇ ਸੇਵਾ ਹਰ ਗੁਰਪੁਰਬ ਮਨਾਉਂਦੇ। ਬਾਕੀ ਗੁਰਪੁਰਬ ਇੱਕ ਇੱਕ ਹੈ, ਜਿਵੇਂ ਹੁਣ ਵੱਡੇ ਹੋਏ ਇਹ ਸਥਾਨ 'ਤੇ ਤਕਰੀਬਨ ਸਾਰੇ ਗੁਰਪੁਰਬ ਮਨਾਏ ਜਾਂਦੇ, ਲੰਗਰ ਚੱਲਦੇ ਆ। ਸੋ ਇਸ ਵਾਸਤੇ ਆਪੋ ਆਪਣੀਆਂ ਜਿਹੜੀਆਂ ਸੇਵਾਵਾਂ ਕਰੀਏ। ਕਈ ਵਾਰੀ ਹੁੰਦਾ ਕਿ ਨਹੀਂ ਅਸੀਂ ਕਰ ਲਈਏ, ਤੁਸੀਂ ਪਿੱਛੇ ਹਟ ਜਾਓ, ਕਿਉਂ ਮਨਾ ਕਰਿਆ ਕਰੋ। ਜਿਹੜੀ ਸੇਵਾ ਤੁਸੀਂ ਉਹ ਕਰੀ ਜਾਓ, ਉੱਥੇ ਬਰਕਤ ਦਿਓ। ਇਸ ਵਾਸਤੇ ਜਿਹੜਾ ਦੁਆ ਕਰਦਾ ਉਹਨੂੰ ਕਰਨ ਦਿਓ, ਇਹ ਵੀ ਠੀਕ ਹੈ। ਸੇਵਾ ਤਾਂ ਜੋੜਿਆਂ ਦੀ, ਝਾੜੂ ਦੀ ਵੀ ਬੜੀ ਮਹਾਨ ਹੈ, ਪੋਚੇ ਦੀ। ਪਰ ਜੇ ਸ਼ਰਧਾ ਨਾ ਕਰੀਏ, ਜਿਹੜੀ ਵੀ ਨਿਤਨੇਮ ਦੀ ਸੇਵਾ ਵੀ ਹੈ, ਕਥਾ ਕੀਰਤਨ ਦੀ ਵੀ ਹੈ, ਪੰਥਿਆ ਵੀ, ਹੋਰ ਵੀ ਲੰਗਰਾਂ ਕਾਰ ਸੇਵਾ ਵਗੈਰਾ ਕਾਫੀ ਹੈ। ਅਤੇ ਜਿਹੜੀ ਵੀ ਸ਼ਰਧਾ ਭਗਤੀ ਨਾ ਕਰੀਏ, ਉਹ ਬਰਕਤ ਪੈਦਾ ਕਰਦੀ ਹੈ। ਅਤੇ ਮਾਈਆਂ ਵੀ ਕੀਰਤਨ ਕਰਦੀਆਂ ਅਤੇ ਸੁਖਮਨੀ ਵਗੈਰਾ ਪਾਠ ਹੁੰਦੇ ਰਹਿੰਦੇ। ਇਸ ਵਾਸਤੇ ਸਾਰੀ ਸੰਗਤ ਅੱਜ ਵੀ ਹੈ ਤਾਂ ਬਿਮਾਰੀ ਹੈ, ਪਰ ਇੱਕ ਰਾਸ਼ਟਰਪਤੀ ਆਪਣੇ ਉਹ ਕਹਿੰਦੇ ਕੋਈ ਕੌਮ ਇਹੋ ਜਿਹੀ ਹੈਗੀ ਹੈ ਅਤੇ ਜਿਹੜੇ ਮਰੇ ਜੰਮੇ ਦੇਖੋ ਜਾਈਏ, ਕਹਿੰਦੇ ਉਹ ਸਿੱਖ ਕੌਮ ਹੈ। ਇਹ ਜੰਮੇ 'ਤੇ ਵੀ ਕੜਾਹ ਕਰ ਖਾਂਦੇ ਆ, ਮਰੇ 'ਤੇ ਵੀ ਕੜਾਹ ਕਰਕੇ ਖਾਂਦੇ ਆ। ਇਹ ਸਿੱਖਾਂ ਨੂੰ ਕੋਈ ਹਰਕਯੋਗ ਨਹੀਂ ਹੈ। ਇਹ ਖਾਲਸਾ ਮਹਾਰਾਜ ਨੇ ਇਹੋ ਜਿਹਾ ਬਣਾਇਆ, ਹਰਕਯੋਗ ਜਾ ਕੇ ਨਹੀਂ ਬੈਰੀ ਮੀਤ ਸਮਾਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਸਾਹਿਬ। ਇਹ ਗਿਆਨਵਾਨਾਂ ਦਾ ਪੰਥ ਬਣਾਇਆ। ਜੇ ਤਾਂ ਬਾਣੀ ਪੜ੍ਹ ਕੇ ਆਤਮ ਬੋਧ ਗਿਆਨ ਕਰਾਂਗੇ ਇਹ ਤਾਂ ਬਿਮਾਰੀਆਂ ਦੌੜ ਜਾਣਗੀਆਂ। ਅਤੇ ਜੇ ਵੀ ਆਹ ਸ਼ਰਾਬਾਂ ਦਾ ਆਸਰਾ ਲਓਗੇ, ਕਈ ਤਾਂ ਪੀ ਪੂ ਕੇ ਮਰ ਗਏ, ਕਈ ਹੁਣ ਕਹਿੰਦੇ ਚਲੋ ਇਹਦਾ ਰੋਜ਼ ਖਰਚ ਦਾ ਜੇ ਆਪਾਂ ਨੂੰ 5 ਲੱਖ ਹੀ ਮਿਲ ਜੂਗਾ। ਇੱਧਰ ਤੁਰਿਆ ਨਾ ਵੀ ਜੀਂਦੇ ਦਾ ਇੰਨਾ ਮੁੱਲ, ਮਰੇ ਦਾ ਇੰਨਾ, ਮਰੇ ਦਾ ਮੁੱਲ ਲੈਣ ਦਾ। ਸੋ ਇਸ ਵਾਸਤੇ ਬੱਚੀਆਂ ਪੜ੍ਹਦੇ ਆ, ਇਹਨਾਂ ਨੂੰ ਕੋਈ ਦਵਾਨੀ ਦੇਣ ਨੂੰ ਤਿਆਰ ਨਹੀਂ। ਸ਼ਰਾਬੀ ਮਰ ਗਿਆ ਅਤੇ 5 ਲੱਖ ਮਿਲ ਗਿਆ। ਸੋ ਇਸ ਵਾਸਤੇ ਇਸ ਤਰ੍ਹਾਂ ਦਾ ਵਾਤਾਵਰਨ ਹੈ ਕਿ ਬਿਮਾਰੀ ਜਿਹੜੀ ਹੈ ਇਹਦੇ ਲਈ ਔਸ਼ਧੀ ਪਰਹੇਜ਼ ਰੱਖਣਾ ਵੀ ਜ਼ਰੂਰੀ ਹੈ। ਬਾਕੀ ਨਾਮ ਬਾਣੀ ਸੇਵਾ ਸਿਮਰਨ ਕਰਕੇ ਅਰਦਾਸ ਵੀ ਕਰੋ, ਕਿਉਂਕਿ ਸਰਵ ਰੋਗ ਨਾਮ ਕਲਿਆਣ ਰੂਪ ਮੰਗਲ ਗੁਣ ਗਾਣ। ਇਸ ਵਾਸਤੇ ਸ਼ਹਿਰ ਵਾਲੇ ਤੁਹਾਡੇ ਸਥਾਨ ਹੈ ਅਤੇ ਨੇੜੇ ਹੈ ਅਤੇ ਸੇਵਾ ਤੇ ਕਰਦੇ ਹੀ ਆ, ਪਰ ਮਨ ਚਿੱਤ ਲਾ ਕੇ ਕਰਿਆ ਕਰੋ। ਸਤਿਗੁਰੂ ਦੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਅੱਜ ਇੰਨੀ ਖੁਸ਼ੀ ਹੈ, ਇੱਕ ਰਾਗੀ ਤਾਂ ਆਪੇ ਆ ਗਿਆ, ਇੱਕ ਨੂੰ ਜਾਂਦੇ ਸਵਾਲ ਆ, ਇਹ ਗਿਆਨੀ ਵੀ ਬੈਠੇ ਹੈ। ਕਿਉਂਕਿ ਫਿਰ ਨਹੀਂ ਤਾਂ ਆਮ ਹੁੰਦਾ ਨਾ ਰਾਗੀਆਂ ਗਏ ਨੇ ਜਦੋਂ ਆਪੇ ਨਹੀਂ ਦੌੜ ਜਾਣ, ਪਰ ਨਹੀਂ, ਸੁਣਾਉਣ ਵਾਲਾ ਨਹੀਂ, ਸੁਣਨ ਵਾਲਾ ਵੀ ਰੱਖਦਾ ਹੋਵੇ। ਸੁਣਤੇ ਆਪਣੀ ਕਹਿਤੇ ਫਿਰ ਸਤਿਗੁਰ ਰਹਿਆ
ਇਸ ਕਰਕੇ ਸੁਣਨ ਦਾ ਵੀ ਬੜਾ ਲਾਭ ਹੈ, ਇਹ ਵੀ ਜ਼ਰੂਰ। ਸੋ ਇਸ ਕਰਕੇ ਸਾਰੇ ਗ੍ਰੰਥੀ ਸਿੰਘਾਂ ਦਾ, ਰਾਗੀ ਸਿੰਘਾਂ ਦਾ, ਪ੍ਰਬੰਧਕ ਸੇਵਾਦਾਰਾਂ ਦਾ, ਸਾਰੀਆਂ ਸੰਗਤਾਂ ਦਾ ਧੰਨਵਾਦ ਹੈ। ਅੱਗੇ ਤਾਂ ਬਾਹਰੋਂ ਵੀ ਮਹਾਂਪੁਰਖ ਆਉਂਦੇ ਹੁੰਦੇ ਸੀ ਇਸ ਦਿਨ 'ਤੇ, ਪਰ ਹੁਣ ਫਿਰ ਥੋੜ੍ਹਾ ਜਿਹਾ ਮਾਹੌਲ ਇਸ ਤਰ੍ਹਾਂ ਦਾ ਹੀ ਹੈ। ਅਤੇ ਜਿਹੜੇ ਤੁਸੀਂ ਵੀ ਆਉਣੇ ਆ, ਥੋੜ੍ਹਾ ਜਿਹਾ ਪਰਹੇਜ਼ ਜ਼ਰੂਰ ਕਰ ਲਿਆ, ਇਹ ਵੀ ਜ਼ਰੂਰੀ ਹੈ। ਬਾਕੀ ਤਗੜੇ ਹੋ ਕੇ ਬਾਣੀ ਪੜ੍ਹੋ। ਅਤੇ ਬਾਰ-ਬਾਰ ਤਾਂ ਕਾਫੀ ਫਿਰ ਰਿਹਾ, ਸ਼ਹਿਰ 'ਚ ਵੀ ਕੌਂਖਾ ਜਿਹਾ ਪਾ ਰਿਹਾ। ਅਤੇ ਜੇ ਤਾਂ ਬਾਣੀ ਪੜ੍ਹੋਗੇ ਇਹ ਤਾਂ ਯਮਰਾਜ ਵੀ ਨਹੀਂ ਇੱਥੇ ਆਏਗਾ। ਅਤੇ ਜੇ ਬਾਣੀ ਨੂੰ ਟੁੱਟ ਜਾਓਗੇ ਫਿਰ ਤਾਂ ਕਰੋਨੇ ਕਰਾਨੇ ਆਏ ਜਾਂਦੇ। ਇਸ ਵਾਸਤੇ ਜੇ ਨਾਮ ਬਾਣੀ ਦਾ ਆਸਰਾ ਲੈ ਲਈਏ ਅਤੇ ਮਹਾਰਾਜ ਕਿਰਪਾ ਕਰਦੇ ਹੀ ਕਰਦੇ। ਧੰਨ ਗੁਰੂ ਨਾਨਕ ਪਾਤਸ਼ਾਹ। ਸੋ ਇਸ ਕਰਕੇ ਸਾਰਿਆਂ ਦਾ, ਗਿਆਨੀ ਜੀ ਵੀ ਕੁਦਰਤੀ ਆ ਗਏ, ਇਹਨਾਂ ਦਾ ਵੀ ਧੰਨਵਾਦ ਹੈ। ਅਤੇ ਨਾਲ ਪਾਠ ਪੜ੍ਹਿਆ, ਬੋਲ ਦਿਓ ਆਖਰੀ ਪੰਕਤੀਆਂ। ਮਨ ਵਿਲਾਸ ਭਏ ਸਾਹਿਬ ਕੇ, ਅਚਰਜ ਦੇਖ ਬੜਾਈ। ਹਰ ਸਿਮਰ ਸਿਮਰ ਆਨੰਦ ਕਰ ਨਾਨਕ,